नहीं यसु मसीह साडी जिंदगी च आंदे कि नहीं आंदे आंदे ने हर मौके ते यसु मसीह नूं जदों तुसीं सच्चे दिल नाल पुकारो वो आंदे ने पर की है जे सानू कलाम दी समझ नहीं ना लगी सानू पता नहीं लगना ये यसु मसीह है कि कोई होर है। हालेलुया हालेलुया। साडा चर्च च आना इकट्ठे होना संगति करना कलाम सुनना ਇਹਦਾ ਇੱਕ ਮਕਸਦ ਇਹ ਆ ਕਿ ਆਪਾਂ ਯਿਸੂ ਮਸੀਹ ਨੂੰ ਪੂਰੀ ਗਹਿਰਾਈ ਨਾਲ ਜਾਣ ਸਕੀਏ। ਨਿੱਤ ਵਚਨ ਦੇ ਵਿੱਚ ਲਿਖਿਆ ਵਾ ਤੂੰ ਆਪਣੇ ਪਰਮੇਸ਼ਰ ਨੂੰ ਇੰਜ ਜਾਣ ਜਿਵੇਂ ਇੱਕ ਨਾਰੀ ਅਤੇ ਔਰਤ ਆਪਣੇ ਪਤੀ ਨੂੰ ਜਾਣਦੀ ਹੈ। ਇੰਨੀ ਗਹਿਰਾਈ ਦੇ ਨਾਲ ਆਪਾਂ ਆਪਣੇ ਪਰਮੇਸ਼ਰ ਨੂੰ ਜਾਣਨਾ ਤੇ ਜਾਣਨਾ ਗਾਇ ਨਾ ਜੇ ਆਪਾਂ ਦੇਖਿਆ ਹੋਏਗਾ ਤੇ ਆਪਾਂ ਯਿਸੂ ਮਸੀਹ ਨੂੰ ਵੇਖਿਆ ਹੈ ਪਰ ਆਪਾਂ ਨੂੰ ਪਤਾ ਹੀ ਨਹੀਂ। ਆਪਾਂ ਯਿਸੂ ਮਸੀਹ ਨੂੰ ਨਹੀਂ ਵੇਖਿਆ ਤੇ ਅੱਜ ਤੁਹਾਨੂੰ ਖੁਦਾਵੰਦ ਦਾ ਵਚਨ ਦੱਸੇਗਾ ਕਿ ਤੁਸੀਂ ਕਿੱਦਾਂ ਵੇਖ ਸਕਦੇ ਹੋ। ਇਹ ਯਹੂਨਾ 90 ਸਾਲ ਦੀ ਉਮਰ ਵਿੱਚ ਅਫਸੂਸ ਦੀ ਕਲੀਸਿਆ ਨੂੰ ਇੱਕ ਖੱਤ ਭੇਜਿਆ ਕਿ ਬਈ ਮੈਂ ਯਿਸੂ ਮਸੀਹ ਨੂੰ ਵੇਖਿਆ, ਮੈਂ ਉਹਨੂੰ ਛੂਇਆ, ਮੈਂ ਉਹਦੇ ਨਾਲ ਸੰਗਤੀ ਕੀਤੀ ਹੈ, ਮੈਂ ਉਹਦੇ ਨਾਲ ਗੱਲਬਾਤ ਕੀਤੀ ਹੈ, ਤੁਸੀਂ ਕਿਉਂ ਭੁਲੇਖੇ 'ਚ ਪੈ ਗਏ ਹੋ। ਮੈਂ ਯਹੂਨਾ ਵਾਂ। ਯਹੂਨਾ 100 ਸਾਲ ਦੀ ਉਮਰ ਤੋਂ ਬਾਅਦ ਆਪਣੀ ਮੌਤ ਮਰਿਆ। ਇਹ ਸ਼ਹਾਦਤ ਨਹੀਂ ਹੋਈ ਕਿਉਂਕਿ ਖੁਦਾਵੰਦ ਨੇ ਇਹਦੇ ਬਾਰੇ ਕਿਹਾ ਹੈ ਕਿ ਜਦ ਤੱਕ ਮੈਂ ਨਾ ਚਾਹਾਂ ਇਹ ਨਹੀਂ ਮਰੇਗਾ। ਹਾਲੇਲੂਇਆ हालेलुया। ਇਹ ਯਹੂਨਾ ਜਿਹੜਾ ਇਹ ਖੁਦਾਵੰਦ ਦਾ ਇੱਕ ਬੜਾ ਪਿਆਰਾ ਚੇਲਾ। ਤੁਹਾਨੂੰ ਪਤਾ ਇਹ ਯਹੂਨਾ ਇੱਕ ਐਸਾ ਚੇਲਾ ਜਿਹਨੂੰ ਖੁਦਾਵੰਦ ਨੇ ਕਿਹਾ ਯਹੂਨਾ ਅੱਜ ਤੋਂ ਬਾਅਦ ਇਹ ਮਰੀਮ ਤੇਰੀ ਮਾਂ ਤੇ ਤੂੰ ਇਹਦਾ पुत्र है। ਅੱਜ ਤੋਂ ਬਾਅਦ ਇਹਦੀ ਜ਼ਿੰਮੇਵਾਰੀ ਤੇਰੀ ਹੈ। ਯਹੂਨਾ ਹੀ ਇੱਕ ਐਸਾ ਚੇਲਾ ਸੀ ਜਿਹੜਾ ਕਰੂਸ ਦੇ ਥੱਲੇ ਖੜਾ ਹੈ, ਬਾਕੀ ਸਾਰੇ ਚੇਲੇ ਦੀ ਤਰਫ ਕਰੇ। ਯਹੂਨਾ ਇੱਕ ਐਸਾ ਚੇਲਾ ਵਾ ਜਿਹੜਾ ਜਾਲ ਸਾਫ਼ ਕਰਨ ਦਾ ਕੰਮ ਕਰਦਾ ਹੈ। ਜਦੋਂ ਯਿਸੂ ਮਸੀਹ ਨੇ ਚੁਣਿਆ ਸੀ ਉਦੋਂ ਜਾਲ ਨੂੰ ਸਿੱਧਾ ਕਰਦਾ ਪਿਆ। ਜਾਲ ਨੂੰ ਕੀ ਕਰਦਾ ਪਿਆ ਸੀ? सीधा करता ਇਹ प्यार। ਸਿੱਧਾ ਕਰਦਾ ਪਿਆ ਸੀ। ਜਾਲ ਨੂੰ ਸਿੱਧਾ ਕਰਨਾ ਕੋਈ ਸੌਖਾ ਕੰਮ ਨਹੀਂ। ਅੱਜ ਵੀ ਸਾਰੀਆਂ ਚਰਚਾਂ ਸਾਰੀਆਂ ਇਬਾਦਤਾਂ ਵਿੱਚ ਇੱਕ ਜਾਲ ਬਣ ਗਿਆ। ਯਿਸੂ ਮਸੀਹ ਨੂੰ ਕੋਈ ਵੇਖਣਾ ਹੀ ਨਹੀਂ ਚਾਹੁੰਦਾ। ਹਰ ਚਰਚ ਦੇ ਵਿੱਚ ਇਹ ਅਨਾਉਂਸਮੈਂਟ ਹੈ ਤੁਹਾਨੂੰ ਆਸ਼ੀਸ਼ ਮਿਲ ਜੇਗੀ। ਹਰ ਚਰਚ ਦੇ ਕੁਝ ਚਰਚਾਂ ਐਸੀਆਂ ਹੈ ਜਿਹੜੀਆਂ ਸਾਨੂੰ ਇਹ ਦੇ ਰਹੀਆਂ ਬਈ ਭਰਮਾਉਣ ਵਾਲੇ ਪਾਸਟਰ ਆ ਰਹੇ ਨੇ। ਹਾਂ ਕੁਝ ਚਰਚਾਂ ਐਸੀਆਂ ਜਿਹੜੀਆਂ ਸਾਨੂੰ ਕਹਿ ਰਹੀਆਂ ਕਿ ਬਈ ਤੁਸੀਂ ਬਚ ਜਾਓ ਅੰਤ ਆਉਣ ਵਾਲਾ ਵਾ। ਪਰ ਸਾਰੇ ਚਰਚਾਂ ਇਹ ਨਹੀਂ ਦੱਸਦੀਆਂ ਪਈਆਂ ਬਈ ਤੁਸੀਂ ਯਿਸੂ ਮਸੀਹ ਨੂੰ ਕਿੱਦਾਂ ਵੇਖਣਾ। ਹਾਲੇਲੂਇਆ हालेलुया। ਸਾਰੀਆਂ ਚਰਚਾਂ ਸਾਨੂੰ ਇਹ ਨਹੀਂ ਸਿਖਾਉਂਦੀਆਂ ਕਿ ਅਸੀਂ ਯਿਸੂ ਮਸੀਹ ਨੂੰ ਕਿੱਦਾਂ ਦੇਖੀਏ। ਸਾਨੂੰ ਇਹ ਦਿਖਾਉਂਦੀਆਂ ਬਈ ਭਰਮਾਉਣ ਵਾਲੇ ਏਦਾਂ ਦੇ, ਸਾਨੂੰ ਇਹ ਦਿਖਾਉਂਦੀਆਂ ਬਈ ਅੰਤ ਦਾ ਸਮਾਨ ਵਾਲਾ, ਸਾਨੂੰ ਇਹ ਦਿਖਾਉਂਦੀਆਂ ਬਈ ਉਹ ਗਲਤ ਆ, ਸਾਨੂੰ ਇਹ ਦਿਖਾਉਂਦੀਆਂ ਉਹ ਮਿਨਿਸਟਰੀ 'ਚ ਹੋ ਰਿਹਾ। ਪਰ ਸਾਨੂੰ ਕੋਈ ਚਰਚ ਇਹ ਨਹੀਂ ਸਿਖਾ ਰਹੀ ਕਿ ਯਿਸੂ ਮਸੀਹ ਨੂੰ ਵੇਖਣਾ ਕਿੱਦਾਂ। ਹਾਲੇਲੂਇਆ हालेलुया। ਇਹ ਯਹੂਨਾ ਜਿਹੜਾ ਵਾ ਇਹ ਯਹੂਨਾ ਨੇ ਪੱਤਰੀ ਐਸੇ ਨੇ ਲਿਖੀ ਹੈ ਬਈ ਤੁਸੀਂ ਭੁੱਲ ਬੈਠੇ ਹੋ, ਤੁਸੀਂ ਭੁੱਲ ਬੈਠੇ ਯਿਸੂ ਮਸੀਹ ਨੂੰ, ਤੁਸੀਂ ਯਿਸੂ ਮਸੀਹ ਨੂੰ ਵੇਖਣ ਵਾਸਤੇ ਚਾਅ ਨਹੀਂ ਰੱਖਦੇ ਪਏ। ਸ਼ਾਇਦ ਉਸ ਸਮੇਂ 'ਚ ਵੀ ਇਹ ਹਾਲ ਸੀ ਤੇ ਅੱਜ ਦੀ ਕਲੀਸਿਆ ਦਾ ये हुआ है। ਸਾਰੀ ਕਲੀਸਿਆ ਹਰ ਪਾਸੇ ਲੱਗੀ ਹੈ। ਕਲੀਸਿਆ ਸੇਵਾ ਕਰਨ ਵਿੱਚ ਲੱਗੀ ਹੈ, ਕਲੀਸਿਆ ਦਾਨ ਦੇਣ ਵਿੱਚ ਲੱਗੀ ਹੈ, ਕਲੀਸਿਆ ਕੰਮ ਕਰਨ ਦੇ ਵਿੱਚ ਲੱਗੀ ਹੈ, ਪਰ ਕਲੀਸਿਆ ਯਿਸੂ ਮਸੀਹ ਨੂੰ ਵੇਖਣ ਦੇ ਵਿੱਚ ਲੱਗੀ नहीं है। ਹਾਲੇਲੂਇਆ। हालेलुया। ਬਹੁਤ ਜ਼ਰੂਰੀ ਸਾਡੇ ਲਈ ਕੀ ਹੈ? ਯਿਸੂ ਮਸੀਹ ਹੈ। ਤੁਹਾਨੂੰ ਪਤਾ ਹੈ ਬਾਈਬਲ ਇੱਕ ਐਸੀ ਕਿਤਾਬ ਹੈ ਇਹ ਸਟਾਰਟ ਵੀ ਯਿਸੂ ਮਸੀਹ ਤੋਂ ਹੁੰਦੀ ਹੈ ਤੇ ਜਿਹੜਾ ਐਂਡ ਦਾ ਲਫ਼ਜ਼ ਹੈ ਉਹ ਵੀ ਯਿਸੂ ਮਸੀਹ ਤੋਂ ਹੁੰਦਾ ਹੈ। ਇਹਦਾ ਬਾਈਬਲ ਦਾ ਪਹਿਲਾ ਅਕਸ਼ਰ ਉਤਪਤੀ ਦਾ ਪੜੋਗੇ ਤਾਂ ਉੱਥੇ ਲਿਖਿਆ ਆਦਿ। ਇਹ ਲਿਖਿਆ आदि। ਪ੍ਰਕਾਸ਼ੀ ਵਾਕਿਆ 'ਚ ਖੁਦਾਵੰਦ ਕਹਿੰਦਾ ਆਦਿ ਤੇ ਅੰਤ ਕੌਣ ਆ? ਮੈਂ ਹਾਂ। ਜਾਨੀ ਸ਼ੁਰੂਆਤ ਜਿਹੜੀ ਹੈ ਯਿਸੂ ਮਸੀਹ ਤੋਂ ਬਾਈਬਲ ਦੀ ਹੁੰਦੀ ਹੈ। ਹਾਲੇਲੂਇਆ। ਕਿਤੋਂ ਹੁੰਦੀ ਹੈ? ਕਿਉਂਕਿ ਯਿਸੂ ਮਸੀਹ ਦਾ ਆਦਿ ਤੇ ਅੰਤ ਕੌਣ ਆ? ਮੈਂ ਹਾਂ। ਯਿਸੂ ਮਸੀਹ ਆਦਿ ਅੰਤ ਦੇ ਨਾਲ ਜਿਹੜੀ ਆਦਿ ਤੋਂ ਆਪਾਂ ਪਹਿਲਾ ਸ਼ਬਦ ਵੇਖਿਆ ਉਹ ਖੁਦ ਕੀ ਹੈ? ਯਿਸੂ ਮਸੀਹ ਹੈ। ਤੇ ਬਾਈਬਲ ਦਾ ਐਂਡ ਦਾ ਅਕਸ਼ਰ ਜਿਹੜਾ ਵਾ ਉਹ ਹੈਗਾ ਆਮੀਨ। ਕੀ ਹੈ? आमेन। ਸਾਰੇ ਪ੍ਰਾਰਥਨਾ ਕਰਦੇ ਆ, ਪ੍ਰਾਰਥਨਾ ਕਰਨ ਤੋਂ ਬਾਅਦ ਕੀ ਕਰਦੇ ਆ? आमीन। ਆਮੀਨ ਕਰਦੇ ਆ। ਆਮੀਨ ਦਾ ਮਤਲਬ ਕੀ ਹੁੰਦਾ? ਜੋ ਅਸੀਂ ਮੰਗਿਆ ਸੋ ਮਿਲ गया। ਤੇ ਪ੍ਰਕਾਸ਼ਿਤ ਵਾਕਿਆ 3 ਅਧਿਆਇ ਦੇ ਵਿੱਚ ਕਹਿੰਦਾ ਕਿ ਉਹ ਜੋ ਅਬ ਵਿਸ਼ਵਾਸ ਔਰ ਆਮੀਨ कहलाता है, जो विश्वास जोग और आमीन कहलाता है। कौन झूठ ना कह रहे? यीशु मसीह बारे कहता वो जो विश्वासी है ते आमीन कहलाता। आमीन किदा नाम है? प्रभु यीशु मसीह का नाम है। जो ਅਸੀਂ ਆਮੀਨ ਕਹਿੰਦੇ ਆ ਉਹ ਵੀ ਯਿਸੂ ਮਸੀਹ ਦਾ ਨਾਮ ਹੈ। लेने हैं। ਹਾਲੇਲੂਇਆ। हालेलुया। ਆਪਾਂ ਬਾਈਬਲ ਨੂੰ ਜਦੋਂ ਵੀ ਪੜ੍ਹਨਾ, ਜਦੋਂ ਵੀ ਆਪਾਂ ਬਾਈਬਲ ਦੀ ਸਟੱਡੀ ਕਰਨੀ, ਆਪਾਂ ਹਮੇਸ਼ਾ ਕਿਹਨੂੰ ਵੇਖਣਾ ਵਾ? खुदावंद के। प्रभु यीशु मसीह ਨੂੰ ਵੇਖਿਆ ਕਰੋ।
ਜਦੋਂ ਵੀ ਕਲਾਮ ਸੁਣਦੇ ਹੋ ਪ੍ਰਭੂ ਯਿਸੂ ਮਸੀਹ ਨੂੰ ਵੇਖਿਆ ਕਰੋ। ਤੁਹਾਨੂੰ ਪਤਾ ਖੁਦਾ ਦਾ ਇੱਕ ਚੇਲਾ ਸੀ ਸਟੀਫਨਾਸ, ਉਹ ਬੈਠਾ ਹੈ, ਉਹਨੇ ਸਾਰਿਆਂ ਨੂੰ ਵਚਨ ਸੁਣਾਇਆ, ਕਹਿੰਦਾ ਯਿਸੂ ਮਸੀਹ ਤੁਹਾਡਾ ਨਜਾਤ ਦਿੰਦਾ ਸੀ, ਤੇ ਉਹ ਸਾਰੇ ਨੇ ਕੁੜਕਰਾਂ ਲੱਗ ਪਏ, ਉਹਨਾਂ ਨੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਉਹਨੂੰ ਪੱਥਰ ਵੱਜਣ ਦੀ ਦਰਦ ਨਹੀਂ ਹੋ ਰਹੀ, ਉਹਨੂੰ ਨਜ਼ਰ ਕੌਣ ਆ ਰਿਹਾ ਵਾ? ਹਾਲੇਲੂਇਆ, ਉਹਨੂੰ ਨਜ਼ਰ ਕੌਣ ਆ ਰਿਹਾ? ਖੁਦਾਵੰਦ ਯਿਸੂ ਮਸੀਹ। ਸੰਤ ਪੌਲਸ ਨੂੰ ਯਿਸੂ ਮਸੀਹ ਨੇ ਦਰਸ਼ਨ ਦਿੱਤਾ। ਸੰਤ ਪੌਲਸ ਕਹਿੰਦਾ ਅੱਜ ਤੋਂ ਬਾਅਦ ਮੈਂ ਆਪਣਾ ਜੀਵਨ, ਉਹ ਪੁਰਾਣਾ ਜੀਵਨ ਤਿਆਗਤਾ, ਹੁਣ ਮੇਰੇ ਜੀਵਨ 'ਚ ਦੁੱਖ ਮੁਸੀਬਤਾਂ ਜੋ ਮਰਜ਼ੀ ਹੋਣ, ਪਰ ਮੈਂ ਯਿਸੂ ਮਸੀਹ ਨੂੰ ਵੇਖਦੇ ਰਹਿਣਾ। ਇੱਕ ਪੱਤਰੀ ਦੇ ਵਿੱਚ ਕੁਰਿੰਥੀਆਂ ਦੇ ਵਿੱਚ ਉਹਨੇ ਲਿਖਿਆ ਵੀ, ਕਹਿੰਦਾ ਪਹਿਲੇ ਪਤਰਸ ਨੇ, ਫਿਰ 12 ਚੇਲਿਆਂ ਨੇ, ਫਿਰ 500 ਜਿਹਨਾਂ ਨੇ ਵੇਖਿਆ, ਅੱਜ ਐਂਡਲੇ ਦਿਨਾਂ 'ਚ ਮੈਂ ਵੀ ਯਿਸੂ ਮਸੀਹ ਨੂੰ ਵੇਖਿਆ। ਹਾਲੇਲੂਇਆ। ਯਾਨੀ ਯਿਸੂ ਮਸੀਹ ਨੂੰ ਵੇਖਣਾ ਸਾਡੇ ਲਈ ਕਿੰਨਾ ਜ਼ਰੂਰੀ ਹੈ। ਯਿਸੂ ਮਸੀਹ ਨੂੰ ਵੇਖਣਾ ਸਾਡੇ ਲਈ ਇੰਨਾ ਜ਼ਰੂਰੀ ਹੈ ਜਿੰਨਾ ਸਾਡਾ ਸਾਹ ਲੈਣਾ ਜ਼ਰੂਰੀ ਹੈ। ਯਿਸੂ ਮਸੀਹ ਨੂੰ ਵੇਖਣਾ ਸਾਡੇ ਲਈ ਇੰਨਾ ਜ਼ਰੂਰੀ ਹੈ ਜਿੰਨਾ ਸਾਡਾ ਜੀਵਨ ਜੀਣਾ ਜ਼ਰੂਰੀ ਹੈ। ਯਿਸੂ ਮਸੀਹ ਨੂੰ ਵੇਖਣਾ ਇੰਨਾ ਜ਼ਰੂਰੀ ਹੈ ਜਿੰਨਾ ਆਪਾਂ ਜਿਹੜੀਆਂ ਵੀ ਆਸਾਂ ਰੱਖੀਆਂ ਨਾ, ਉਹ ਆਪਾਂ ਸਵਰਗ ਤੇ ਜਾਣਾ, ਸੋਨੇ ਦੀਆਂ ਸੜਕਾਂ ਵਾ, ਸਾਨੂੰ ਜੋ ਵੀ ਦੱਸਿਆ ਗਿਆ ਉਹ ਸਾਰਾ ਕੁਝ ਸਾਨੂੰ ਯਿਸੂ ਮਸੀਹ ਨੂੰ ਵੇਖਣ ਨਾਲ ਹੀ ਮਿਲਣਾ। ਹਾਲੇਲੂਇਆ, ਹਾਲੇਲੂਇਆ। ਆਪਾਂ ਸਾਰੇ ਕਲਾਮ ਸੁਣਦੇ ਆ, ਪਰ ਆਪਾਂ ਯਿਸੂ ਮਸੀਹ ਵੱਲ ਵੇਖਦੇ ਨਹੀਂ। ਜੇ ਮੈਂ ਤੁਹਾਨੂੰ ਪਿਛਲੀ ਵਾਰ ਜੋ ਸੁਣਾਇਆ ਸੀ, ਮੈਂ ਹੁਣੇ ਪੁੱਛਾਂਗਾ ਨਾ ਤੁਹਾਨੂੰ ਕੀ ਸੁਣਾਇਆ, ਤੇ ਮੇਰਾ ਖਿਆਲ ਹੈ ਚੁੱਕ ਸ਼ਾਇਦ ਹੀ ਘੱਟ ਜਣੇ ਦੱਸਣ ਕੀ ਸੁਣਾਇਆ। ਹਾਲੇਲੂਇਆ। ਪਿਛਲੀ ਵਾਰ ਜੋ ਕਲਾਮ ਸੁਣਾਇਆ ਗਿਆ ਸੀ, ਉਹ ਜੇ ਦੱਸਿਆ ਗਿਆ ਕਿ ਸਾਨੂੰ ਆਪਣੀ ਸੋਚ ਤੇ ਆਪਣਾ ਨਜ਼ਰੀਆ ਬਦਲਣਾ, ਸਾਨੂੰ ਸੋਚ ਤੇ ਨਜ਼ਰੀਆ ਸਰੀਰਿਕ ਨਹੀਂ ਆਤਮਿਕ ਕਰਨਾ ਪੈਣਾ। ਜੇ ਆਪਾਂ ਆਤਮਿਕ ਹੋਵਾਂਗੇ ਫਿਰ ਹੀ ਯਿਸੂ ਮਸੀਹ ਨੂੰ ਵੇਖਾਂਗੇ। ਹਾਲੇਲੂਇਆ, ਹਾਲੇਲੂਇਆ। ਸਮਝਦੇ ਪਏ ਹੋ? ਆਪਾਂ ਨੂੰ ਯਿਸੂ ਮਸੀਹ ਦੇਖਣਾ ਕਿੰਨਾ ਜ਼ਰੂਰੀ ਹੈ। ਤੁਹਾਨੂੰ ਪਤਾ ਆਦਮ ਦੇ ਵਿੱਚ ਜਦੋਂ ਆਦਮ ਨੂੰ ਖੁਦਾ ਦੋ ਟਾਈਮ ਮਿਲਦਾ ਸੀ, ਤੇ ਆਦਮ ਤੇ ਖੁਦਾ ਇੱਕ ਦੂਜੇ ਨਾਲ ਬਾਹਾਂ ਪਾ ਕੇ ਫਿਰਦੇ। ਇਹਦਾ ਮਤਲਬ ਆਦਮ ਨੇ ਖੁਦਾ ਨੂੰ ਵੇਖਿਆ ਹੋਗਾ। ਪੱਕੀ ਗੱਲ ਇਹ ਹੈ, ਗੱਲਬਾਤ ਕਰਦੇ ਸੀ, ਤੇ ਬਾਈਬਲ ਨਹੀਂ ਦੱਸਦੀ ਕਿੰਨਾ ਸਮਾਂ ਗੱਲ ਕੀਤੀ ਹੈ, ਪਰ ਪਤਾ ਨਹੀਂ ਕਿੰਨੇ ਸਮੇਂ ਆਦਮ ਗੱਲਾਂ ਕਰਦਾ ਰਿਹਾ। ਖੁਦਾ ਪੂਰਾ ਸਿਸਟਮ ਸਮਝਾਉਂਦਾ ਸੀ ਆਦਮ ਨੂੰ, ਤੂੰ ਕਰਨਾ ਕੀ, ਤੂੰ ਕਿੱਦਾਂ ਕਰਨਾ, ਕੀ ਕਰਨਾ, ਸਾਰੇ ਕੰਮ ਸਮਝਾਉਂਦਾ ਸੀ ਆਦਮ ਨੂੰ। ਆਦਮ ਨੇ ਖੁਦਾ ਨੂੰ ਵੇਖਿਆ, ਪਰ ਆਪਣੀ ਬਦੀ ਦੇ ਕਰਕੇ ਜਦੋਂ ਆਦਮ ਕੋ ਪਾਪ ਹੋ ਗਿਆ, ਤੇ ਸਭ ਤੋਂ ਪਹਿਲੇ ਉਹਦੇ ਵਿੱਚ ਪਾਪ ਦੀ ਕਮੀ ਕੀ ਆਈ? ਉਹ ਖੁਦਾ ਤੋਂ ਕੀ ਹੋ ਗਿਆ? ਦੂਰ ਹੋ ਗਿਆ। ਪਹਿਲੇ ਉਹ ਖੁਦਾ ਨਾਲ ਗੱਲਾਂ ਕਰਦਾ ਸੀ, ਖੁਦਾ ਨੂੰ ਵੇਖਦਾ ਸੀ, ਪਰ ਜਦੋਂ ਉਹਦੀ ਜ਼ਿੰਦਗੀ 'ਚ ਪਾਪ ਆ ਗਿਆ, ਫਿਰ ਖੁਦਾ ਨੂੰ ਵੇਖਦਾ ਨਹੀਂ, ਸੁਣਦਾ ਵਾ। ਕਹਿੰਦਾ ਮੈਂ ਤੇਰੀ ਆਵਾਜ਼ ਸੁਣ ਕੇ ਕੀ ਹੋ ਗਿਆ? ਡਰ ਗਿਆ। ਪਹਿਲੇ ਵੇਖਦਾ ਸੀ, ਹੁਣ ਸੁਣਦਾ। ਜ਼ਿੰਦਗੀ 'ਚ ਕੀ ਆ ਗਿਆ? ਪਾਪ ਆ ਗਿਆ। ਪਾਪ ਆਉਣ ਕਰਕੇ ਉਹਦੀ ਦੇਖਣ ਦੀ ਆਤਮਿਕ ਸ਼ਕਤੀ ਖਤਮ ਹੋ ਗਈ। ਹਾਲੇਲੂਇਆ, ਹਾਲੇਲੂਇਆ। ਪਰ ਖੁਦਾਵੰਦ ਬੜਾ ਪ੍ਰੇਮ ਕਰਨ ਵਾਲਾ, ਖੁਦਾ ਨੇ ਇਨਸਾਨ ਨੂੰ ਬੜੇ ਚਾਅ ਨਾਲ ਬਣਾਇਆ। ਅਕਸਰ ਤੁਹਾਨੂੰ ਹਰ ਵਾਰੀ ਦੱਸਿਆ, ਖੁਦਾ ਨੇ ਆਦਮ ਨੂੰ ਆਪਣੇ ਹੱਥਾਂ ਨਾਲ ਮਿੱਟੀ ਗੁੰਨ ਕੇ ਬਣਾਇਆ ਵਾ। ਖੁਦਾ ਨੇ ਚਾਅ ਨਾਲ ਬਣਾਇਆ ਵਾ। ਅੱਜ ਵੀ ਪੂਰੇ ਸਾਇੰਟਿਸਟ ਪਤਾ ਨਹੀਂ 2000 ਸਾਲ ਤੇ ਪਤਾ ਨਹੀਂ 5000 ਸਾਲ ਤੇ ਪਤਾ ਨਹੀਂ 6000 ਸਾਲ ਹੋ ਗਏ ਨੇ ਆਦਮ ਦੀ ਖੋਜ ਕਰਦਾ ਪਿਆ ਇੱਕ ਆਦਮ ਹੀ, ਪਰ ਉਹਨੂੰ ਪਤਾ ਨਹੀਂ ਲੱਗਾ ਆਦਮ ਦੇ ਵਿੱਚ ਹੈ ਕੀ ਹੈ। ਹਰ ਵਾਰੀ ਨਵੀਂ ਚੀਜ਼ ਨਿਕਲ ਆਉਂਦੀ ਹੈ ਆਦਮ ਦੇ ਅੰਦਰੋਂ ਹੀ। ਸੋਚੋ ਖੁਦਾ ਨੇ ਸਾਨੂੰ ਕਿੰਨਾ ਗਹਿਰਾ ਬਣਾਇਆ, ਜਿਹਦੀ ਸਟੱਡੀ ਨਹੀਂ ਖਤਮ ਹੁੰਦੀ। ਹਾਲੇਲੂਇਆ, ਹਾਲੇਲੂਇਆ। ਜਿਹਦੀ ਸਟੱਡੀ ਖਤਮ ਨਹੀਂ ਹੁੰਦੀ, ਖੁਦਾ ਨੇ ਸਾਡੇ ਅੰਦਰ ਇੰਨਾ ਕੁਝ ਪਾ ਕੇ ਭੇਜਿਆ। ਕਿੱਡੇ ਚਾਅ ਨਾਲ ਖੁਦਾ ਨੇ ਬਣਾਇਆ ਹੈਗਾ। ਪਰ ਕੀ ਹੈ, ਆਪਾਂ ਬਣਾਇਆ ਖੁਦਾ ਨੇ ਬੜੇ ਚਾਅ ਨਾਲ, ਪਰ ਆਪਾਂ ਖੁਦਾ ਤੋਂ ਬੜੀ ਦੂਰ ਹੋਈ ਜਾਂਦੇ ਹਾਂ। ਖੁਦਾ ਨੇ ਆਪਣੇ ਬੱਚੇ ਨੂੰ, ਆਪਣੇ ਆਦਮ ਨੂੰ ਆਪਣੇ ਵਿੱਚ ਲਿਆਉਣ ਵਾਸਤੇ ਖੁਦਾ ਨੇ 4000 ਸਾਲ ਬਾਅਦ ਆਪਣਾ ਪੁੱਤਰ ਵੀ ਭੇਜਿਆ। ਆਪਣੇ ਪੁੱਤਰ ਦੀ ਕੀ ਦੇਤੀ? ਕੁਰਬਾਨੀ। ਆਪਾਂ ਕੁਰਬਾਨੀ ਤੇ ਭੁੱਲੀ ਬੈਠੇ, ਖੁਦਾ ਨੂੰ ਵੀ ਭੁੱਲੀ। ਆਪਾਂ ਖੁਦਾ ਨੂੰ ਵੇਖਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਹਾਲੇਲੂਇਆ। ਅਸਲ ਵਿੱਚ ਹੋਇਆ ਕਿ ਮੈਂ ਈਸਟਰ ਆ ਰਿਹਾ ਸੀ, ਤੇ ਮੈਨੂੰ ਈਸਟਰ ਦੇ ਵਿੱਚ ਗੁਮਟਾਲੇ ਜਾਣਾ ਪੈਣਾ ਵਾ, ਜਿੱਥੇ ਕੈਥੋਲਿਕ ਮਿਸ਼ਨ ਵਾਲੇ ਆ। ਤੇ ਉੱਥੇ ਜਾ ਕੇ ਮੈਨੂੰ ਕਲਾਮ ਸੁਣਾਉਣਾ ਪੈਣਾ ਸੀ ਗੁਮਟਾਲੇ ਵਿੱਚ, ਤੇ ਉੱਥੇ ਕੈਥੋਲਿਕ ਮਿਸ਼ਨ ਵਾਲੇ ਆ। ਤੇ ਮੈਂ ਸੋਚਦਾ ਪਿਆ ਈਸਟਰ ਦੇ ਵਾਸਤੇ ਉਹਨਾਂ ਕੋਲ ਥੋੜੀ ਜਾਣਕਾਰੀ ਦੇਵਾਂ। ਪਰ ਜਦੋਂ ਮੈਂ ਕਲਾਮ ਪੜ੍ਹਦਾ ਪਿਆ, ਤੇ ਖੁਦਾਵੰਦ ਨੇ ਮੇਰੇ ਮਨ 'ਚ ਆਹ ਗੱਲਾਂ ਪਾਈਆਂ। ਮੈਂ ਇਸ ਗੱਲ ਦੀ ਵਡਿਆਈ ਨਹੀਂ ਕਰਦਾ ਕਿ ਮੈਨੂੰ ਖੁਦਾ ਇਹਦਾ ਇਸਤੇਮਾਲ ਕਰਦਾ। ਮੈਂ ਬੜਾ ਖੁਸ਼ ਹਾਂ ਆਪਣੀ ਜ਼ਿੰਦਗੀ ਤੋਂ। ਖੁਦਾਵੰਦ ਰਾਤ ਨੂੰ 2 ਵਜੇ ਮੈਨੂੰ ਜਗਾਉਂਦਾ, ਤੇ ਮੈਂ ਰਾਤ ਨੂੰ 2 ਵਜੇ ਬਾਈਬਲ ਪੜ੍ਹਨੀ ਸ਼ੁਰੂ ਕਰ ਦਿੰਦਾ। ਹਾਲੇਲੂਇਆ, ਹਾਲੇਲੂਇਆ। ਇਹ ਮੈਂ ਨਹੀਂ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਦੱਸ ਰਿਹਾ ਖੁਦਾ ਦਾ ਆਤਮਾ ਕੰਮ ਕਰਦਾ, ਪਰ ਤੁਸੀਂ ਮੌਕਾ ਤੇ ਦਿਓ। ਇਹ ਕਲਾਮ ਜਿਹੜਾ ਤਿਆਰ ਹੋਇਆ, ਰਾਤ ਨੂੰ 2 ਵਜੇ ਤਿਆਰ ਹੋਇਆ। ਹਾਲੇਲੂਇਆ, ਹਾਲੇਲੂਇਆ। ਪਰ ਇਹ ਕਿ ਕੀ ਆਪਾਂ ਖੁਦਾ ਨੂੰ ਵੇਖਣ ਦੀ ਕੋਸ਼ਿਸ਼ ਕਰਾਂਗੇ, ਤਾਂ ਖੁਦਾ ਵੀ ਸਾਡੀ ਜ਼ਿੰਦਗੀ 'ਚ ਕੰਮ ਕਰਨੇ ਸ਼ੁਰੂ ਕਰ ਦੇਗਾ।
ਆਪਾਂ ਆਪਣੀਆਂ ਪ੍ਰਾਰਥਨਾ ਕਰਦੇ ਆ, ਪ੍ਰਾਰਥਨਾ ਵਿੱਚ ਇੱਕ ਨਵਾਂ ਸਟੈਪ ਜੋੜ ਲਓ, ਖੁਦਾਵੰਦ ਮੈਂ ਤੁਹਾਨੂੰ ਦੇਖਣਾ ਚਾਹਨਾ ਆ। ਖੁਦਾਵੰਦ ਮੈਂ ਤੁਹਾਨੂੰ ਦੇਖਣਾ ਚਾਹਨਾ। ਅੱਜ ਤੋਂ ਬਾਅਦ ਇਹ ਘਰ ਜਾ ਕੇ ਸਾਰਿਆਂ ਨੂੰ ਸਾਰਿਆਂ ਨੂੰ ਗੱਲ ਜ਼ਰੂਰ ਦੱਸੋ ਕਿ ਆਪਾਂ ਅੱਜ ਤੋਂ ਬਾਅਦ ਨਵੀਂ ਪ੍ਰਾਰਥਨਾ ਸ਼ੁਰੂ ਕਰਨੀ ਹੈ। ਆਪਾਂ ਉਹੀ ਰੋਜ਼ ਕੋਈ ਖਾਣਾ ਦੇਈ ਜਾਈਏ ਤੇ ਆਪ ਖਾਈ ਜਾਓਗੇ? ਨਹੀਂ। ਰੋਜ਼ ਤੁਹਾਨੂੰ ਇੱਕੋ ਖੁਰਾਕ ਦੇਈ ਜਾਈਏ, ਭਾਵੇਂ ਮੀਟ ਹੀ ਦੇਈ ਜਾਈਏ, ਕਿੰਨੇ ਦਿਨ ਖਾ ਲੋਗੇ? ਨਹੀਂ ਨਾ ਖਾ ਸਕਦੇ। ਇਸ ਲਈ ਖੁਦਾਵੰਦ ਨੂੰ ਰੋਜ਼ ਕੋਈ ਪ੍ਰਾਰਥਨਾ ਨਾ ਕਰਦੇ ਰਿਹਾ ਕਰੋ, ਖੁਦਾਵਾ ਮੈਨੂੰ ਬਰਕਤ ਦੇ, ਮੇਰਾ ਕਾਰੋਬਾਰ ਚਲਾ ਦੇ, ਮੇਰਾ ਇੱਕੋ ਹੀ ਪ੍ਰਾਰਥਨਾ। ਖੁਦਾ ਕਹਿੰਦਾ ਇਹ ਤਾਂ ਬੜੀ ਦੇਰ ਦੀ ਦੇਤੀ, ਹੁਣ ਕੁਝ ਨਵਾਂ ਮੰਗ। ਹਾਲੇਲੂਇਆ। ਹਾਲੇਲੂਇਆ। ਅੱਜ ਤੋਂ ਬਾਅਦ ਤੁਸੀਂ ਨਵੀਂ ਪ੍ਰਾਰਥਨਾ ਕਰਨੀ ਕਿ ਮੈਂ ਖੁਦਾਵੰਦ ਨੂੰ ਦੇਖਣਾ ਚਾਹਨਾ ਹਾਂ। ਹਾਲੇਲੂਇਆ। 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 ਹੋਰ ਨਾ ਬੋਲੋ ਹਾਲੇਲੂਇਆ। ਹਾਲੇਲੂਇਆ। ਇਹਦਾ ਮਤਲਬ ਜਾਗਦੇ ਪਏ। ਔਰ ਆਪਾਂ ਅੱਜ ਜਾਣਨਾ ਕਿ ਖੁਦਾਵੰਦ ਨੂੰ ਵੇਖੀਏ ਕਿਦਾਂ। ਮੈਂ ਜਦੋਂ ਬਾਰ-ਬਾਰ ਆਪਾਂ ਇੱਕੋ ਗੱਲ ਕਰਦੇ ਪਏ ਆ ਕਿ ਦੇਖਣਾ 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 ਦੇਖਣਾ, ਤੇ ਫਿਰ ਅੱਜ ਕਲਾਮ ਦੇ ਵਿੱਚ ਆਪਾਂ ਇਹ ਜਾਣਨਾ ਕਿ ਖੁਦਾਵੰਦ ਨੂੰ ਵੇਖ ਕਿੱਦਾਂ ਵੇਖ। ਅੱਜ ਆਪਾਂ ਜੋ ਸਿੱਖ ਕੇ ਜਾਣਾ ਇਹ ਸਿੱਖਣਾ ਕਿ ਖੁਦਾਵੰਦ ਨੂੰ ਕਿੱਦਾਂ ਵੇਖ ਸਕਦੇ ਆ। ਆਪਾਂ ਜਾਣਦੇ ਆ ਖੁਦਾਵੰਦ ਅੱਜ ਤੋਂ 2000 ਸਾਲ ਪਹਿਲੇ ਧਰਤੀ ਤੇ ਆਏ ਸੀ। ਆਪਾਂ ਜਾਣਦੇ ਆ ਉਹਨਾਂ ਨੇ ਸਾਡੇ ਕਰਕੇ ਆਪਣੀ ਜਾਨ ਦਾ ਗੁਬਾਰਾ ਦੇਤਾ, ਉਹਨਾਂ ਨੇ ਕਰੂਸ ਤੇ ਆਪਣਾ ਸਾਰਾ ਲਹੂ ਬਹਾਤਾ। ਆਪਾਂ ਜਾਣਦੇ ਆ ਉਹਨਾਂ ਨੂੰ ਕਬਰ 'ਚ ਰੱਖਿਆ ਗਿਆ। ਆਪਾਂ ਜਾਣਦੇ ਹੋ ਉਹ ਤੀਸਰੇ ਦਿਨ ਜੀ ਉੱਠੇ। ਆਪਾਂ ਜਾਣਦੇ ਆ ਉਹ ਤੀਸਰੇ ਦਿਨ ਤੋਂ ਬਾਅਦ 40 ਦਿਨਾਂ ਬਾਅਦ ਸਵਰਗ ਤੇ ਉਠਾਏ ਗਏ, ਫਿਰ ਪਵਿੱਤਰ ਆਤਮਾ ਆ ਗਿਆ। ਪਰ ਆਪਾਂ ਅੱਜ ਵੀ ਯਿਸੂ ਮਸੀਹ ਨੂੰ ਦੇਖਣਾ ਚਾਹਨੇ ਆ। ਆਪਾਂ ਕੀ ਹੈ ਦੇਖਣਾ ਚਾਹੁੰਦੇ ਆ ਕਿ ਯਿਸੂ ਮਸੀਹ ਸਾਨੂੰ ਕਿੱਦਾਂ ਦੇਖ ਸਕਦਾ ਹੈ। ਆਪਾਂ ਕੁਝ ਸਟੈਪ ਦੇਖਾਂਗੇ। ਪਿਛਲੀ ਵਾਰੀ ਮੈਂ ਤੁਹਾਨੂੰ 4 5 6 ਕਰੈਕਟਰ ਦੱਸੇ ਸੀ ਜਿਹਦੇ 'ਚ ਆਪਾਂ ਵੇਖਿਆ ਕਿ ਆਪਾਂ ਸੋਚ ਤੇ ਨਜ਼ਰੀਆ ਕਿੱਦਾਂ ਬਦਲਣਾ। ਪਰ ਅੱਜ ਤੁਹਾਨੂੰ ਮੈਂ 5 ਕਰੈਕਟਰ ਦੱਸਾਂਗਾ ਜਿਹਦੇ 'ਚ ਆਪਾਂ ਵੇਖਾਂਗੇ ਕਿ ਆਪਾਂ ਵੀ ਉਦਾਂ ਦੇ ਕੰਮ ਕਰਾਂਗੇ ਤੇ ਸਾਨੂੰ ਵੀ ਯਿਸੂ ਮਸੀਹ ਨਜ਼ਰ ਆ ਜਾਏਗਾ। ਹਾਲੇਲੂਇਆ। 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 ਔਰ ਅਸੀਂ ਪਹਿਲਾਂ ਵੇਖਾਂਗੇ ਕਿ ਜਦੋਂ ਖੁਦਾਵੰਦ ਕਬਰ 'ਚ ਪਾਤਾ ਗਿਆ ਖੁਦਾਵੰਦ ਨੂੰ, ਤੇ ਖੁਦਾਵੰਦ ਤੀਸਰੇ ਦਿਨ ਜਿੰਦਾ ਹੋਏ, ਤੇ ਸਭ ਤੋਂ ਪਹਿਲੇ ਨਜ਼ਰ ਕਿਹਨੂੰ ਆਏ? ਹਾਲੇਲੂਇਆ। ਅਸੀਂ ਕਾਫੀ ਦੇਰ ਤੋਂ ਵਿਸ਼ਵਾਸੀ ਆ, ਸਾਰੇ ਕਿਸੇ ਪੜ੍ਹੇ ਆ। ਸਮੇਂ ਕਰਕੇ ਮੈਂ ਤੁਹਾਨੂੰ ਪੜਾਵਾਂਗਾ ਘੱਟ ਹੀ, ਪਰ ਤੁਹਾਨੂੰ ਸਮਝਾਵਾਂਗਾ ਜ਼ਿਆਦਾ ਕਿ ਹੋਇਆ ਕੀ ਸਟੋਰੀ ਦੇ ਵਿੱਚ। ਹਾਲੇਲੂਇਆ। ਔਰ ਅਸੀਂ ਪਹਿਲਾ ਇੱਕ ਕਰੈਕਟਰ ਵੇਖਾਂਗੇ ਯੂਹੰਨਾ ਦੀ ਕਿਤਾਬ, ਯੂਹੰਨਾ ਦੀ ਅੰਜੀਲ 20 ਬਾਬ ਉਹਦੀ 11 ਤੋਂ 13 ਆਇਤਾਂ ਪੜਾਂਗੇ ਆਪਾਂ। ਜੋੜਨਾ ਛੇਤੀ ਪੜਿਓ ਤਾਂ ਕਿ ਆਪਾਂ ਨੂੰ ਛੇਤੀ ਸਮਝ ਆ ਸਕੇ। लेकिन मरियम बाहर कब्र के पास खड़ी रोती रही। हाँ। जब रोते रोते कब्र की तरफ झुककर अंदर नजर की, हम्म। तो 2 फरिश्तों को सफेद पोशाक पहने हुए, एक को सिरहाने और दूसरे को पैताने बैठे देखा जहाँ यीशु की लाश पड़ी थी। उन्होंने उससे कहा, ए औरत, तू क्यों रोती है? उसने उनसे कहा, इसलिए कि मेरे खुदावंद को उठा ले गए हैं और मालूम नहीं कि उसे कहाँ रखा है। ये कहकर वो पीछे फिरी और यीशु को खड़े देखा और ना पहचाना कि ये यीशु है। यीशु ने उससे कहा, हालेलुया। ਇਹ ਜਾਣਦੇ ਹੋ ਕਿਸਾ ਸਾਰੇ ਸੁਣਿਆ ਹੋਏਗਾ। ਹੋਇਆ ਕਿ ਤੀਸਰੇ ਦਿਨ ਮਰੀਮ ਮੰਗਲੀਨੀ ਦੇ ਨਾਲ ਦੇ ਉਹਦੀ ਮਰੀਮ ਦੋਨੇ ਜਣੀਆਂ ਮਿਲ ਕੇ ਤੇ ਜਾ ਕੇ ਖੁਦਾਵੰਦ ਦੇ ਸੁਗੰਧਿਤ ਲੈ ਕੇ ਗਈਆਂ ਕਿ ਕਬਰ ਵਿੱਚ ਜਾਵਾਂਗੇ ਤੇ ਸੁਗੰਧਿਤ ਦਵਾਂਗੇ। ਜਦੋਂ ਗਈਆਂ ਤੇ ਰਾਹ 'ਚ ਜਾਂਦੀਆਂ ਪਈਆਂ, ਜਾਂਦੇ ਵੇਖਿਆ ਅੱਗੇ ਜਾ ਕੇ ਉਹਨਾਂ ਨੇ ਕੀ ਮਾਹੌਲ ਵੇਖਿਆ ਕਿ ਕਬਰ ਦਾ ਪੱਥਰ ਹਟਾਇਆ ਹੋਇਆ, ਸਿਪਾਹੀ ਉੱਥੇ ਆ ਗਏ ਨਹੀਂ, ਤੇ ਉਹ ਮਰੀਮ ਕੀ ਕਰਨ ਲੱਗ ਪਈ? ਰੋਣ ਲੱਗ ਪਈ। ਪਹਿਲੇ ਜਾ ਕੇ ਪਤਰਸ ਤੇ ਯਹੂਨਾ ਨੂੰ ਦੱਸਿਆ। ਪਤਰਸ ਯਹੂਨਾ ਆਏ ਤੇ ਉਹ ਵੀ ਵੇਖ ਕੇ ਚਲੇ ਗਏ। ਉਹ ਵੀ ਵੇਖ ਕੇ, ਪਰ ਉਸ ਤੋਂ ਬਾਅਦ ਮਰੀਮ ਫਿਰ ਵੀ ਉਸੇ ਕਬਰ ਦੇ ਕੋਲ ਖੜੀ ਰਹੀ। ਮਰੀਮ ਕੀ ਰਹੀ? ਖੜੀ ਰਹੀ। ਪਲੀਜ਼ ਧਿਆਨ ਕਰ ਲਓ ਜੇ ਸਮਝਣਾ ਹੈ। ਮਰੀਮ ਉੱਥੇ ਕੀ ਰਹੀ? ਖੜੀ ਰਹੀ। ਮਰੀਮ ਖੜੀ ਰਹੀ, ਬਕਾਇਦਾ ਇੱਥੇ ਲਿਖਿਆ ਮਰੀਮ ਰੋਂਦੀ ਰਹੀ। ਹਾਲੇਲੂਇਆ। ਹਾਲੇਲੂਇਆ। ਮਰੀਮ ਕੀ ਕਰਦੀ ਰਹੀ? ਰੋਂਦੀ ਰਹੀ। ਲਿਖਿਆ ਰੋਤੇ। ਮਰੀਮ ਸਾਰੇ ਕਹਿ ਰਹੇ ਨੇ ਲੱਗਦਾ ਉਹਦੀ ਕੋਈ ਲਾਸ਼ ਚੁੱਕ ਕੇ ਲੈ ਕੇ, ਲੱਗਦਾ ਜੇ ਹੋ ਗਿਆ, ਸਾਰੇ ਆਪਣੀਆਂ ਗੱਲਾਂ ਕਰਦੇ, ਪਰ ਮਰੀਮ ਉਸ ਕਬਰ ਦੇ ਕੋਲੋਂ ਹਿੱਲੀ ਨਹੀਂ। ਮਰੀਮ ਉੱਥੇ ਰੋਣਾ ਸ਼ੁਰੂ ਕਰਤਾ। ਮਰੀਮ ਨੇ ਰੋਂਦੀ ਪਈ ਕਿ ਮੇਰੇ ਖੁਦਾਵੰਦ ਦੀ ਲਾਸ਼ ਕੌਣ ਲੈ ਗਿਆ, ਮੇਰੇ ਖੁਦਾਵੰਦ ਦੀ ਲੋਥ ਕੌਣ ਲੈ ਗਿਆ। ਮੈਂ ਤਾਂ ਸੋਚਿਆ ਹੀ ਖੁਦਾਵੰਦ ਕੋ ਆਵਾਂਗੀ, ਖੁਦਾਵੰਦ ਦੀ ਲੋਥ ਨੂੰ ਤੇਲ ਲਗਾਵਾਂਗੀ। ਉਹਨੇ ਇੱਕ ਮੁਰਦੇ ਵਾਸਤੇ ਵੀ ਤੇਲ ਲੈ ਕੇ ਗਈ। ਪਰ ਉੱਥੇ ਰੋਂਦੀ ਨੂੰ 2 ਸਵਰਗਦੂਤ ਆ ਗਏ। ਫਿਰ ਉਸ ਤੋਂ ਬਾਅਦ ਸਵਰਗਦੂਤਾਂ ਦੇ ਆਉਣ ਤੋਂ ਬਾਅਦ ਹੀ ਉਹ ਉੱਥੋਂ ਕਬਰ ਤੋਂ ਹਿੱਲੀ ਨਹੀਂ। ਸਵਰਗਦੂਤਾਂ ਨੇ ਇਹ ਵੀ ਕਿਹਾ ਕਿ ਤੂੰ ਮਰਿਆ ਨੂੰ ਮੁਰਦਿਆਂ ਚੋਂ, ਜੀਂਦੇ ਨੂੰ ਮੁਰਦਿਆਂ ਚੋਂ ਲੱਭਦੀ ਹੈ।
पर वो फिर भी हिली नहीं। रो रो के प्रार्थना करती रही। हालेलुया। हालेलुया। मरियम की करती पई है? रो रो के प्रार्थना। रो रो के प्रार्थना करती कि मेरा खुदावन किथे आ, मेरा खुदावन किथे है। मरियम को पता, मरियम को भी पता है कि खुदावन मर चुका है, खुदावन कबर जे, पर फिर भी कहती मेरा खुदावन दी लौथ ही मैनू नजर आए, मैं वेख लवां ओदी लौथ, ओदी लाश ही वेख लवां। कि ये देखना चाहती। हालेलुया। हालेलुया। मरियम की चाहती है? देखना। देखना चाहती है। देखना चाहती है तो करती की है रो रो के प्रार्थना करती भी। ये साडा पहला स्टेप। जे आपां अज इत्थे आए हां ते आपां अज मन बनाया कि आपां यीशु मसीह नूं देखना वा, ते सब तो पहले आपां मरियम वांग यीशु मसीह नूं देखण वास्ते रो रो के प्रार्थना करिए। की करिए? रो रो के प्रार्थना। रो रो के प्रार्थना करती कीती। हाँ जो दुख चो यो वापी रो निकल आंदा। साडे ते कोई मुसीबत आ जाए, मुसीबत आ जाए तो साडे अथरू ऑटोमेटिक ही बाहर आ जाते हैं। आपां निक्की निक्की गल ते किसी वेले भैणां गवाइयां देन लगे रो पैंदियां है ना, गवाइयां देन लगियां रो पैंदियां कहे मेरी जिंदगी च होया ये होया। भाई खुशी की गल है, उत्थे रोण वाली गल थोड़ी है। जे तेरी जिंदगी खुदा ने काम करता तो रो के गवाही क्यों देनी? अपने इमोशनल कंट्रोल नहीं कर सकती। पर मरियम इत्थे एक इस करके नहीं रोंदी कि यीशु मैनू फरिश्तियां ने आके कहता, वो कहती फरिश्तियां ने कहता पर मैनू मेरा यीशु दिखना चाहिदा है, मैं अपने यीशु नू देखना वा। रो रो के प्रार्थना करया करो, अपनी डिमांडा करके नहीं, सिर्फ ऐसा करके कि मैं यीशु मसीह नू देखना वा। हालेलुया। मैं यीशु मसीह नू मरियम रोंदी रही। फरिश्तियां ने भी कहता पर उसके बावजूद भी रोंदी रही। तुहानू पता है मरियम का पिछला जीवन क्या हो जाए? ये मरियम पिछले जीवन से कहते ने कि 7 बदरूआ है। एदी मैं फिल्म भी देखी है, एदी बायोग्राफी मैं सारी देखी है। पर की है वो बायोग्राफी तुहानू समझावांगे किसी वेले जो मरियम का अध्ययन चलेगा। मरियम पिछले अपने जीवन दे विच एक गलत जनानी गिनी जाती, वैश्या टाइप गिनी जाती। पर जो ने यीशु मसीह नूं देख लिया, इसकी जिंदगी बदल गई। जो इसकी जिंदगी बदल गई, उस तो बाद इन्हें यीशु मसीह नूं जो खोया तो फिर यीशु मसीह नूं देखने वास्ते रो रो के की करती है? प्रार्थना करती पे। हालेलुया। हालेलुया। फिर सानू की करना चाहिए? प्रार्थना करनी चाहिए। पहला स्टेप की है? आपां प्रार्थना करनी चाहिए। कितना करनी है? रो रो के प्रार्थना करो यीशु मसीह नूं देखने वास्ते। यीशु मसीह वास्ते जो ने रो रो के प्रार्थना की ते यीशु मसीह आप आगे इन्हों दिखाना। पढ़ो बाकी है तो छड्या पढ़ो। हे बीबी तू क्यों रोंदी है? हे बीबी तू क्यों रोंदी है? कौन कह रहा? खुद खुदावन यीशु मसीह। सब तो पहले सिर्फ एक मरियम है जिन्हें यीशु मसीह नु मुर्दियां जो जी उठे नु देखया। हालेलुया। हालेलुया। बोलो बोलो। उसने ਉਹਨਾਂ ਨੂੰ ਆਖਿਆ ਇਸ ਲਈ ਜੋ ਮੇਰੇ ਪ੍ਰਭੂ ਨੂੰ ਲੈ ਗਏ ਅਤੇ ਮੈਨੂੰ ਪਤਾ ਨਹੀਂ ਜੋ ਉਹਨੂੰ ਕਿੱਥੇ ਰੱਖਿਆ। ਇਹ ਕਹਿ ਕੇ ਉਹ ਪਿੱਛੇ ਮੁੜੀ ਅਤੇ ਯੀਸ਼ੂ ਨੂੰ ਖਲੋਤਾ ਵੇਖਿਆ ਅਰ ਨਾ ਸਿਆਤਾ ਭਈ ਇਹ ਯੀਸ਼ੂ ਹੈ। ਯੀਸ਼ੂ ਨੇ ਉਸ ਨੂੰ ਕਿਹਾ हे ਬੇਬੀ ਤੂੰ ਕਿਉਂ ਰੋਂਦੀ ਹੈ? ਕਿਹਨੂੰ ਭਾਲਦੀ ਹੈ? उसने ये जान के जो ये बागवान है ओनू आख्या महाराज जे ओनू तू लै गया है तो मैनू दस भई तै ओनू कित्थे रखिया है अते मैं ओनू लै जावांगी। यीशु ने ओनू कहा हे मरियम। उसने फिर के ओनू इब्रानी भाषा विच क्या है रबोनी अर्थात हे गुरु। रो रो के प्रार्थना की थी तो यीशु मसीह ने सब तो पहले आके दर्शन किनु दिता? मरियम। जे तुसी रो रो के प्रार्थना करोगे तो यीशु मसीह स्वर्ग तो आएंगे तो तानु दर्शन देंगे। हालेलुया। इस स्टेप पे पहला स्टेप है रो रो के प्रार्थना करो। आपा कितने साल तो मसीह हां, कभी आपा यीशु मसीह वास्ते कभी रो के प्रार्थना कीती कभी नहीं ना कीती? फिर आज करनी है। ये मरियम ने ये वाले हवाले नु याद करके तो मरियम ने इदा यीशु मसीह नु देखा ते आपा भी देख सकते हैं। मरियम भी इंसान है, आपा भी इंसान है। आपा भी बपतिस्मा लिया, आपा भी यीशु मसीह को कबूल किया। हालेलुया।
ਜੇ ਮਰੀਮ ਦੇਖ ਸਕਦੀ ਹੈ ਤੇ ਆਪਾਂ ਵੀ ਦੇਖ ਸਕਦੇ ਆ। ਆਪਾਂ ਫਿਰ ਦੂਜਾ ਸਟੈਪ ਵੇਖਾਂਗੇ ਦੂਜਾ ਕਿੱਦਾਂ ਹੋਇਆ। ਹਾਲੇਲੂਇਆ। ਹਾਲੇਲੂਇਆ। ਤੁਹਾਨੂੰ ਪਤਾ ਨਾ ਲੂਕਾ ਦੀ ਇੰਜੀਲ ਖੋਲੋ, ਕੋਈ ਜ਼ਿਆਦਾ ਨਹੀਂ ਪੜਾਵਾਂਗੇ, ਬਹੁਤ ਲੰਬਾ ਕਿੱਸਾ 24 ਅਧਿਆਏ 30 ਤੇ 31 ਆ ਨਹੀਂ ਪੜੇ ਹੋਏ। ਇਹ ਦੂਸਰਾ ਸਟੈਪ है। समझ आ रही ना सारे में? जब वो उसके साथ खाना खाने बैठा तो ऐसा हुआ कि उसने रोटी लेकर बरकत की और तोड़कर उनको देने लगा। इस पर उनकी आंखें खुल गई और उन्होंने उसे पहचान लिया और वो उनकी नजर से गायब हो गया। हालेलुया। ਇਹ ਲੂਕਾ ਦੀ ਇੰਜੀਲ ਵਿੱਚ ਸਿਰਫ ਇਹ ਅਧਿਆਇ ਸਿਰਫ ਲੂਕਾ ਹੀ ਬੋਲਦਾ ਹੈ, ਬਾਕੀ ਤਿੰਨ ਇੰਜੀਲਾਂ ਨਹੀਂ ਬੋਲਦੀਆਂ। ਔਰ ਬਹੁਤ ਸਾਰੇ ਸਕੋਲਰ ਕਹਿੰਦੇ ਨੇ ਇਹ ਲੂਕਾ ਆਪਣੀ ਜੀਵਨੀ ਦੱਸਦਾ ਹੈ, ਲੂਕਾ ਨੇ ਯਿਸੂ ਮਸੀਹ ਨੂੰ ਕਿੱਦਾਂ ਦੇਖਿਆ ਹੈ। ਹਾਲੇਲੂਇਆ। ਹਾਲੇਲੂਇਆ। ਯਿਸੂ ਮਸੀਹ ਜਦੋਂ ਮਰੀਮ ਨੂੰ ਦਿਖੇ ਨੇ ਉਸੇ ਦਿਨ ਹੀ ਉਹ ਸ਼ਹਿਰ ਦੇ ਵਿੱਚ ਯਰੂਸ਼ਲਮ ਤੋਂ ਇਮਾਉਸ ਦੇ ਰਾਹ ਵੱਲ ਜਾਂਦੇ ਜਾਂਦੇ 7 ਕਿਲੋਮੀਟਰ ਤੋਂ ਬੰਦੇ ਜਾ ਰਹੇ ਆ। ਉਹ ਬੰਦੇ ਜਾ ਕੇ ਆ ਰਹੇ ਯਿਸੂ ਮਸੀਹ ਇੱਕ ਧਰਮੀ ਉਹ ਪਰਮੇਸ਼ਵਰ ਦਾ ਪੁੱਤਰ ਹੀ, ਤੇ ਯਿਸੂ ਮਸੀਹ ਉਹਨਾਂ ਨਾਲ ਤੁਰਦੇ ਤੁਰਦੇ ਗੱਲਾਂ ਕਰਨ ਲੱਗੇ। ਗੱਲਾਂ ਕਰਦੇ 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 ਇਮਾਉਸ ਤੱਕ ਪਹੁੰਚ ਗਏ। ਉਸ ਬੰਦੇ ਦੇ ਘਰ ਤੱਕ ਪਹੁੰਚੇ, ਉਹਨਾਂ ਨੂੰ ਸਾਰਾ ਕਲਾਮ ਪੜ੍ਹ ਕੇ ਸੁਣਾਤਾ ਯਿਸੂ ਮਸੀਹ ਨੇ। ਤੇ ਜਦੋਂ ਰੋਟੀ ਤੋੜਨ ਲੱਗੇ, ਰੋਟੀ ਖਾਣ ਲੱਗੇ, ਕਹਿੰਦੇ ਆਓ ਖੁਦਾਵੰਦ ਸਾਡੇ ਘਰ ਆਓ, ਤੁਸੀਂ ਸਾਨੂੰ ਇੰਨੀਆਂ ਗੱਲਾਂ ਦੱਸੀਆਂ, ਆਓ ਸਾਡੇ ਘਰ ਰੋਟੀ ਆਓ, ਰੋਟੀ ਤੋੜ ਕੇ ਖਾਈਏ ਤੇ ਰੋਟੀ ਤੋੜ ਕੇ ਖਾਵਾਂਗੇ, ਖੁਦਾ ਦਾ ਧੰਨਵਾਦ। ਪਰ ਯਿਸੂ ਮਸੀਹ ਦਾ ਇੱਕ ਸਟਾਈਲ ਹੀ ਰੋਟੀ ਤੋੜਨ ਦਾ। ਹਾਲੇਲੂਇਆ। ਹਾਲੇਲੂਇਆ। ਯਿਸੂ ਮਸੀਹ ਜਦੋਂ ਵੀ ਰੋਟੀ ਖਾਂਦੇ ਸੀ ਧੰਨਵਾਦ ਕਰਦੇ ਸੀ। ਉਹਨਾਂ ਦਾ ਇੱਕ ਸਟਾਈਲ ਹੀ ਕਿ ਰੋਟੀ ਨੂੰ ਹਮੇਸ਼ਾ ਚੁੱਕ ਕੇ ਫੇਰ ਤੋੜਦੇ। ਹਾਲੇਲੂਇਆ। ਜਦੋਂ ਉਹਨਾਂ ਨੇ ਇਹ ਵੇਖਿਆ, ਸਾਰੇ ਰਾਹ 'ਚ ਉਹਨਾਂ ਨੇ ਪਛਾਣਿਆ ਨਹੀਂ ਯਿਸੂ ਮਸੀਹ ਨੂੰ, ਸਾਰੇ ਰਾਹ 'ਚ ਉਹਨਾਂ ਨੇ ਪਛਾਣਿਆ ਨਹੀਂ ਯਿਸੂ ਮਸੀਹ ਨੂੰ। ਪਰ ਜਦੋਂ ਯਿਸੂ ਮਸੀਹ ਉਹਦੇ ਘਰ ਵਿੱਚ ਆਏ ਨੇ, ਰੋਟੀ ਤੋੜੀ, ਰੋਟੀ ਤੋੜ ਕੇ ਉਹਨਾਂ ਨੇ ਜਦੋਂ ਰੋਟੀ ਤੋੜ ਕੇ ਯਿਸੂ ਮਸੀਹ ਦਾ ਧੰਨਵਾਦ ਕੀਤਾ, ਉਹਨਾਂ ਦੀਆਂ ਆਤਮਿਕ ਅੱਖਾਂ ਖੁੱਲ ਗਈਆਂ। ਹਾਲੇਲੂਇਆ। ਉਹਨਾਂ ਨੇ ਆਤਮਿਕ ਅੱਖਾਂ ਖੁੱਲ ਗਈਆਂ, ਨਾਲ ਹੀ ਉਹਨਾਂ ਨੇ ਕਿਹਾ ਯਿਸੂ, ਉਹ ਕਹਿੰਦੇ ਯਿਸੂ ਹੀ ਇਹਦੇ, ਯਿਸੂ ਮਸੀਹ ਨਾਲ ਹੀ ਉੱਥੋਂ ਗਾਇਬ ਹੋ ਗਏ। ਹਾਲੇਲੂਇਆ। ਹਾਲੇਲੂਇਆ। ਇਹ ਰੋਟੀ ਤੋੜਨ ਦਾ ਮਤਲਬ ਕੀ? ਆਪਾਂ ਹਰ ਮਹੀਨੇ ਕੀ ਲੈਂਦੇ ਆ? ਪ੍ਰਭੂ ਭੋਜਨ। ਪ੍ਰਭੂ ਭੋਜਨ ਲੈਂਦੇ ਨਾ। ਪ੍ਰਭੂ ਭੋਜਨ ਆਪਾਂ ਕਿੱਦਾਂ ਗ੍ਰਹਿਣ ਕਰਦੇ ਹਾਂ? ਉਹ ਖੁਦਾ ਦਾ ਬਦਨ ਤੇ ਖੁਦਾ ਦਾ ਲਹੂ ਹੈ। ਉਹ ਪਵਿੱਤਰ ਬਦਨ ਤੇ ਪਵਿੱਤਰ ਲਹੂ ਹੈ। ਹਾਲੇਲੂਇਆ। ਇਹ ਵੀ ਕੀ ਕਰਦੇ ਪਏ ਨੇ? ਰੋਟੀ ਤੋੜਦੇ ਪਏ। ਆਪਾਂ ਹਰ ਵਾਰੀ ਰੋਟੀ ਤੋੜਦੇ ਨਾ। ਜੇ ਤੁਸੀਂ ਖੁਦਾਵੰਦ ਨੂੰ ਦੇਖਣਾ ਚਾਹੁੰਦੇ ਹੋ ਤੇ ਆਪਣੇ ਆਪ ਨੂੰ ਇਹ ਜੋ ਬਣਾਓ ਕਿ ਖੁਦਾਵੰਦ ਦਾ ਬਦਨ ਤੇ ਖੁਦਾਵੰਦ ਦਾ ਲਹੂ ਆਪਾਂ ਗ੍ਰਹਿਣ ਕਰ ਸਕੀਏ। ਹਾਲੇਲੂਇਆ। ਜੇ ਤੁਸੀਂ ਖੁਦਾਵੰਦ ਦਾ ਬਦਨ ਤੇ ਖੁਦਾਵੰਦ ਦਾ ਲਹੂ ਗ੍ਰਹਿਣ ਕਰਨ ਦੇ ਜੋ ਹੋ ਜਾਓਗੇ ਤੇ ਖੁਦਾਵੰਦ ਤੁਹਾਨੂੰ ਰੋਟੀ ਤੋੜਦੇ ਹੋਏ ਹੀ ਮਿਲ। ਹਾਲੇਲੂਇਆ। ਤੁਸੀਂ ਜਦੋਂ ਵੀ ਪ੍ਰਭੂ ਦੀ ਰੋਟੀ ਤੋੜੋਗੇ ਅਕਸਰ ਤੁਹਾਨੂੰ ਖੁਦਾਵੰਦ ਉਹਦੇ ਵਿੱਚ ਨਜ਼ਰ ਆਣਗੇ। ਪਰ ਕੀ ਹੈ? ਜੇ ਤੁਸੀਂ ਉਹਦਾ ਤਿਆਰ ਕੀਤਾ ਹੋਏਗਾ ਆਪਣੇ ਆਪ ਨੂੰ। ਹਾਲੇਲੂਇਆ। ਹਾਲੇਲੂਇਆ। ਕਿੱਦਾਂ ਕੀਤਾ ਹੈਗਾ? ਤਿਆਰ। ਆਪਾਂ ਰੋਟੀ ਲੈਂਦੇ ਆ, ਆਪਾਂ ਫਾਸਟਿੰਗ ਵੀ ਕਰਦੇ ਆ, ਪਰ ਆਪਾਂ ਦੀ ਫਾਸਟਿੰਗ ਵੀ ਥੋੜੀ ਨਾ ਸੰਸਾਰਿਕ ਹੋ ਗਈ ਹੈ। ਆਪਾਂ ਫਾਸਟਿੰਗ ਨਹੀਂ ਕਰਦੇ ਪਏ, ਆਪਾਂ ਫਾਕਾ ਰੱਖਦੇ ਪਏ। ਫਾਕਾ ਸਮਝਦੇ ਕੀ ਹੈ? ਰੋਟੀ ਨਹੀਂ ਮਿਲੀ ਤੇ ਭੁੱਖੇ ਰਹੋ। ਫਾਸਟਿੰਗ ਦਾ ਮਤਲਬ ਇਹ ਵਾ ਚਾਹੇ ਅੱਧੇ ਦਿਨ ਦੀ ਰੱਖੋ, ਇਹ ਨਹੀਂ ਪੂਰਾ ਦਿਨ ਭੁੱਖੇ ਰਹਿਣਾ ਵਾ। ਫਿਰ ਆਪਾਂ ਦੂਜਿਆਂ ਨੂੰ ਵੀ ਦੱਸਦੇ ਆ ਆਪਾਂ ਫਾਸਟ ਰੱਖੇ 3 ਦਿਨ। ਕਲਾਮ ਦੇ ਵਿੱਚ ਲਿਖਿਆ ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਢੰਡੂਰਾ ਪੁੱਟਣ ਦੀ ਲੋੜ ਨਹੀਂ। ਪ੍ਰਭੂ ਦੀ ਰੋਟੀ ਤੋੜਨ ਤੋਂ ਪਹਿਲਾਂ ਪਵਿੱਤਰ ਹੋਣਾ ਜ਼ਰੂਰੀ ਹੈ। ਇਹ ਦੋਨੋਂ ਇਹਨੇ ਪਵਿੱਤਰ ਹੋਏ ਹੀ ਰਾਜ ਖੁਦਾ ਦੇ ਨਾਲ ਸੰਗਤੀ ਕਰਦੇ 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 ਖੁਦਾ ਦੀਆਂ ਗੱਲਾਂ ਕਰਦੇ ਕਰਦੇ ਇਹਨਾਂ ਨੇ ਵਿਸ਼ਵਾਸ ਕੀਤਾ ਵਾਕਈ ਉਹ ਖੁਦਾ ਦਾ ਪੁੱਤਰ ਹੈ ਜਿਹੜਾ ਸਲੀਬ ਤੇ ਕੁਰਬਾਨ ਹੋਇਆ। ਪਵਿੱਤਰ ਰੋਟੀ ਜਿਹੜੀ ਤੁਸੀਂ ਖਾਂਦੇ ਹੋ ਉਹ ਰੋਟੀ ਖਾਣ ਤੋਂ ਪਹਿਲੇ ਆਪਣੇ ਆਪ ਨੂੰ ਖੁਦਾ ਦੇ ਯੋਗ ਬਣਾਓ, ਉਹਦੇ ਵਾਂਗ ਪਵਿੱਤਰ ਬਣਾਓ ਆਪਣੇ ਆਪ। ਜਦੋਂ ਤੁਸੀਂ ਉਹਦੇ ਵਾਂਗ ਪਵਿੱਤਰ ਬਣਾ ਲਓਗੇ ਨਾ ਫਿਰ ਉਹ ਰੋਟੀ ਗ੍ਰਹਿਣ ਕਰੋਗੇ, ਉਹ ਲਹੂ ਗ੍ਰਹਿਣ ਕਰੋਗੇ ਤੇ ਆਟੋਮੈਟਿਕ ਤੁਹਾਨੂੰ ਖੁਦਾ ਨਜ਼ਰ ਆਏਗਾ। ਹਾਲੇਲੂਇਆ। ਹਾਲੇਲੂਇਆ। ਇਹ ਹੈ ਦੂਸਰਾ ਤਰੀਕਾ। ਜੇ ਤੁਸੀਂ ਚਾਹੁੰਦੇ ਹੋ ਖੁਦਾਵੰਦ ਨੂੰ ਦੇਖਣਾ, ਖੁਦਾ ਪ੍ਰਭੂ ਭੋਜ ਦੀ ਰੋਟੀ ਵਿੱਚ ਹਮੇਸ਼ਾ ਨਜ਼ਰ ਆਉਂਦਾ ਹੈ। ਤੁਹਾਨੂੰ ਪਤਾ ਇੱਕ ਮਿਸ਼ਨ ਹੈ ਕੈਥੋਲਿਕ ਮਿਸ਼ਨ, ਉਹ ਹਰ ਸਮੇਂ ਰੋਟੀ ਤੋੜਨ 'ਚ ਵਿਸ਼ਵਾਸ ਕਰਦੇ। ਤੁਸੀਂ ਦਿਹਾੜੀ ਦੇ 4 ਚਰਚਾਂ ਵੇਖ ਲਓਗੇ, ਉਹ ਚਾਰੇ ਚਰਚਾਂ ਵਿੱਚ ਤੁਹਾਨੂੰ ਪਾਕ ਮਾਸ ਦਿੰਦੇ ਨੇ। ਆਪਾਂ ਜਾਂਦੇ ਰਹੇ ਹਾਂ, ਉਹ ਅਕਸਰ ਹਰ ਗੱਲ ਤੇ ਤੁਹਾਨੂੰ ਪਾਕ ਮਾਸ ਦੇ ਵਿੱਚ ਉਹ ਇਹਨਾਂ ਦਾ ਵਿਸ਼ਵਾਸ ਹੈ ਕਿ ਆਪਾਂ ਰੋਟੀ ਤੋੜ ਕੇ ਖਾ ਲਈ ਤੇ ਯਿਸੂ ਮਸੀਹ ਸਾਡੇ ਵਿੱਚ ਆ ਗਿਆ। ਹਾਲੇਲੂਇਆ। ਹਾਲੇਲੂਇਆ। ਪਰ ਰੋਟੀ ਤੋੜਨੀ ਹੈ ਪਵਿੱਤਰਤਾਈ ਦੇ ਨਾਲ। ਯਿਸੂ ਮਸੀਹ ਦਾ ਸਟਾਈਲ ਤੇ ਰੋਟੀ ਤੋੜਨੀ ਹੈ, ਆਤਮਾ ਵਿੱਚ ਭਰ ਕੇ ਰੋਟੀ ਤੋੜ ਕੇ ਖਾਓਗੇ ਫਿਰ ਯਿਸੂ ਮਸੀਹ ਸਾਨੂੰ ਨਜ਼ਰ ਆਏਗੇ। ਇਸ ਲਈ ਆਪਾਂ ਜਦੋਂ ਵੀ ਪ੍ਰਭੂ ਭੋਜ ਆਉਣ ਵਾਲਾ ਹੁੰਦਾ ਆਪਾਂ ਆਪਣੇ ਆਪ ਨੂੰ ਉਦੋਂ ਦਾ ਤਿਆਰ ਕਰ ਲਈਏ, ਪਵਿੱਤਰ ਕਰ ਲਈਏ ਆਪਣੇ ਆਪ ਨੂੰ।
अपने मुंह चो गाल ना कटी, अपने मुंह चो ईर्खा ना कटी, सब कुछ अपने मुंह चो बाहर कट दिए। अपने आप को ऐसा बनाइए कि जिदा खुदा को पसंद आता। खुदा दा कलाम दे विच लिखा ओ पवित्र तुसी भी की बनो, पवित्र बनो। जे तुसी चाहते हो यसु मसीह ਨੂੰ ਆਪਾਂ ਵੇਖੀਏ ਤੇ ਫਿਰ ਦੂਜਾ ਸਟੈਪ ਹੈ यसु मसीह ਵਾਂਗ ਪਵਿੱਤਰ ਹੋ ਕੇ यसु मसीह ਦਾ ਬਦਨ ਤੇ यसु मसीह ਦਾ ਲਹੂ ਕੀ ਕਰੋ, ਗ੍ਰਹਿਣ ਕਰੋ, ਰੋਟੀ ਤੋੜਨ ਦੇ ਵਿੱਚ ਲੱਗੇ ਰਹੋ। ਹਾਲੇਲੂਇਆ ਹਾਲੇਲੂਇਆ। ਖੁਦਾਵੰਦ ਨੇ ਕਿਹਾ ਰੋਟੀ ਤੋੜਨ ਦੇ ਵਿੱਚ ਲੱਗੇ, ਇਹ ਦੂਜਾ ਸਟੈਪ ਹੈ। ਹਾਲੇਲੂਇਆ ਹਾਲੇਲੂਇਆ। ਇਹ ਅਮੋਰਸ ਤੇ ਜਾਣ ਵਾਲੇ ਇਹਨਾਂ ਚੋਂ ਇੱਕ ਲੂਕਾ ਹੈ ਤੇ ਇੱਕ ਕਪਲਿਊਸ ਨਾਮ ਦਾ ਇੱਕ ਆਦਮ। ਇਹ ਲੂਕਾ ਵਾ ਜਿਹਨੇ ਲੂਕਾ ਦੀ ਇੰਜੀਲ ਤੇ ਪ੍ਰੇਰਿਤ ਹੋ ਕੇ ਕੰਮ ਕੀਤੇ। जीवन बदल गया, यूनानी ही पर फिर भी उन्होंने खुदावंद के लिए अपना जीवन देता। हालेलुया। इसलिए रोटी तोड़न से लगे रहा करो, प्रार्थना करने में रो रो के प्रार्थना करो। हालेलुया। हालेलुया। समझ आ रहा है? आ रहा है तो अमल भी करो। तीसरा यूनानी इंजील खोल लो, 20 अध्याय 19 23 4 ऐसा पढ़ाएंगे। बाइबल पढ़ के स्पीड रखा करो। यदि एक आदमी को कीजिए। फिर उसी दिन जो हफ्ते का पहला दिन था, हाँ हफ्ते का पहला, आज क्या दिन है? ਇਹਦਾ ਪਹਿਲਾ ਦਿਨ। अगो शाम के वक्त जब वहाँ के दरवाजे जहाँ शागिर्द थे यहूदियों के डर से बंद थे, यीशु आकर बीच में खड़ा हुआ और उनसे कहा, तुम्हारी सलामती हो। और ये कहकर उसने अपने हाथ और मछली को उन्हें दिखाया। हालेलुया। तीसरा स्टेप की है संगति च रहा करो। बाहर रोला पै गया, यसु मसीह की लोथ गया क्योंकि रोमी सिपाहियां ने जेड़ा अपना राजा ही उन्हें पूरे शहर से अनाउंसमेंट कर दी यसु मसीह की लाश लभ के हो गई किथे आ। और इसे डर दे नाल ये सारे चेले काम डरते हुए एक कमरे च उतली कोठी विच दरवाजा बंद करके बह गए। की करके बह गए? दरवाजा बंद कर। दरवाजा बंद करके बह के गल्लां नहीं करते पे, संगति करते पे ने। हफ्ते का केड़ा दिन है? पहला दिन। आपा केड़े दिन आए हैं? ਪਹਿਲੇ ਦਿਨ। हर हफ्ते खुदा की संगति करन तो पीछे ना गया करो, बहाने ना लाया करो। ਇਹ ਨਾ ਕਹੋ ਸਾਨੂੰ ਰਿਸ਼ਤੇਦਾਰ ਜ਼ਰੂਰੀ ਹੈ, ਨਹੀਂ। ਅੱਜ ਮੈਂ ਯਿਸੂ ਮਸੀਹ ਨੂੰ ਦੇਖਣਾ ਵਾ, ਕੀ ਪਤਾ ਅੱਜ ਦੀ ਸੰਗਤੀ ਵਿੱਚ ਮੈਨੂੰ ਯਿਸੂ ਮਸੀਹ ਨਜ਼ਰ ਆਉਣ, ਸੰਗਤੀ ਕਰਦੇ ਰਿਹਾ ਕਰੋ। ਜੇ ਯਿਸੂ ਮਸੀਹ ਨੂੰ ਦੇਖਣਾ ਜੇ ਆਏ ਆਪਾਂ 2 घंटे वेस्ट करने हैं, 2 घंटे आप गल्लां सुननियां वा, उस तो बाद आप खुदा दा जो खुदा ने सानू भोजन दिता होवे खाना, उस तो बाद आप घर दी गल्लां करनियां ते आप चले जाना ते फिर यीशु मसीह नजर फिर भी यीशु मसीह संगति च आओ ते यीशु मसीह नू देखण वास्ते आओ। जेड़ी संगति यीशु मसीह नू देखण आएगी वो संगति च यीशु मसीह भी आएगा। हालेलुया। हालेलुया। जेड़ी संगति यसु मसीह ਨੂੰ ਦੇਖਣ ਆਏਗੀ ਉਹ ਸੰਗਤੀ 'ਚ ਯਿਸੂ ਮਸੀਹ ਵੀ ਆਏਗਾ। ਜੇ ਆਪਾਂ ਪ੍ਰਧਾਨ ਮੰਤਰੀ ਦਾ ਇੰਤਜ਼ਾਰ ਕਰਦੇ ਪਿਆ ਤੇ ਪ੍ਰਧਾਨ ਮੰਤਰੀ ਨਾ ਆਵੇ ਤੇ ਭੀੜ ਰਹੇਗੀ, ਆਏਗਾ ਕੋਈ ਫਾਇਦਾ ਹੀ ਨਹੀਂ। ਹਾਂ ਆਪਾਂ ਸੰਗਤੀ ਕਰਨ ਹਰ ਹਫ਼ਤੇ ਆਨੇ ਆ, ਪਰ ਆਪਾਂ ਯਿਸੂ ਮਸੀਹ ਨੂੰ ਵੇਖਣ ਦੀ ਆਸ ਰੱਖਦੇ ਹੀ ਨਹੀਂ ਆ। ਇੱਥੇ ਆ ਬੈਠੇ ਜ਼ਰੂਰ ਹੈ ਸੰਗਤੀ ਕਰਦੇ ਪਏ, ਪਰ ਇਹਨਾਂ ਨੂੰ ਆਸ ਹੈ ਕਿ ਜਿੱਦਾਂ ਯਿਸੂ ਮਸੀਹ ਨੂੰ ਸਾਰੇ ਲੱਭਦੇ ਪਏ ਨੇ, ਖੁਦਾ ਬਾਬ ਯਿਸੂ ਮਸੀਹ ਸਾਡੇ ਕੋਲ ਆ ਜਾਏ। ਇਹ ਸਾਰੇ ਸੰਗਤੀ ਕਰਦੇ ਪਏ ਨੇ ਬੂਹਾ ਬੰਦ ਕਰਕੇ ਡਰਦੇ ਵਿੱਚ। ਆਪਾਂ ਨੂੰ ਕਿਸੇ ਦਾ ਡਰ ਵੀ ਨਹੀਂ ਹੈ, ਸ਼ਾਇਦ ਐਸੇ ਕਰਕੇ ਆਪਾਂ ਸੰਗਤੀ ਕਰਦੇ ਹੀ। ਇਹਨਾਂ ਨੂੰ ਡਰ ਹੀ ਕਿਉਂਕਿ ਇਹ ਚੇਲੇ ਯਿਸੂ ਮਸੀਹ ਦੇ ਨਾਲ ਹੀ ਤੇ ਇਹਨਾਂ ਨੂੰ ਪਤਾ ਹੀ ਸਿਪਾਹੀਆਂ ਨੇ ਫੜ ਕੇ ਪਹਿਲਾਂ ਸਾਨੂੰ ਹੀ ਪੁੱਛਣਾ ਵਾ, पर डरते हुए भी की करते पे ने, बुआ ढो के कोठे ते संगति करते पे ने। ते सानू तो किसी दा डर ही नहीं। खुदा ने सानू लोकतंत्र विच सानू हिंदुस्तान च पैदा किया जिथे आपां नूं डर नहीं किसी दा, फिर भी आपां संगति करते, आपां बहाने ला दिंदे आ। आपां रिश्तेदार जरूरी है, आपां नूं काम जरूरी है, आपां नूं ये जरूरी, आपां नूं वो जरूरी है, आपां नूं संगति जरूरी। ਇਹ ਨਹੀਂ ਮੈਂ ਕਹਿੰਦਾ ਕਿ ਮੇਰਾ ਮਤਲਬ ਇਹ ਨਹੀਂ ਕਿ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਕੰਮ ਹੀ ਬੰਦ ਕਰ ਦਿਓ, ਆਪਣੇ ਰਿਸ਼ਤੇਦਾਰਾਂ ਨੂੰ ਛੱਡ ਦਿਓ ਨਾ, ਕਿਸੇ ਨੂੰ ਨਹੀਂ ਛੱਡਣਾ। ਜੇ ਆਪਾਂ ਛੱਡਦੇ ਤੇ ਫਿਰ ਮਸੀਹ ਦਾ ਪ੍ਰਚਾਰ ਕਿਹਨੂੰ ਸੁਣਾਉਣਾ ਵਾ, ਜੇ ਆਪਾਂ ਰਿਸ਼ਤੇਦਾਰ ਹੀ ਛੱਡਦੇ। ਪਰ ਸੰਗਤੀ ਕਰਨੀ ਜ਼ਰੂਰੀ ਹੈ, ਉਹਦੇ ਲਈ ਤੁਸੀਂ ਆਪਣੀ ਟਾਈਮਿੰਗ ਆਪਣੀ ਸੈਟਿੰਗ ਕਰ ਲਓ। ਖੁਦਾ ਨੇ ਸਾਨੂੰ ਅਕਲ ਦਿੱਤੀ, टाइमिंग ਨੂੰ ਸੈੱਟ ਕਰੋ ਬਈ ਨਹੀਂ ਆਹ 3 ਘੰਟੇ ਮੈਂ ਸੰਗਤੀ ਕਰਨੀ ਹੈ, ਇਦਾਂ ਕਰਾਂਗੇ ਆਪਾਂ ਇਸ ਤੋਂ ਬਾਅਦ ਉੱਥੇ ਚੱਲਾਂਗੇ, ਇਸ ਤੋਂ ਬਾਅਦ ਉੱਥੇ ਚੱਲਾਂਗੇ, ਇਸ ਤੋਂ ਬਾਅਦ ਉੱਥੇ ਚੱਲਾਂਗੇ।
मैं ये नहीं ਤੁਹਾਨੂੰ ਮੈਂ ਆਪਣੇ ਬਾਰੇ ਦੱਸਣਾ ਚਾਹਾਂ, ਇਹ ਨਹੀਂ ਕਿ ਮੈਂ ਤੁਹਾਨੂੰ ਇਹ ਦੱਸਣਾ ਚਾਹਾਂ ਮੈਂ ਜ਼ਿਆਦਾ ਆਤਮਿਕ ਹਾਂ, ਮੈਂ ਜ਼ਿਆਦਾ ਭਗਤੀ ਵਾਲਾ, ਪਰ ਮੈਂ ਇਸ ਗੱਲ ਨੂੰ ਪਹਿਲ ਦਿੱਤੀ ਆਪਣੀ ਜ਼ਿੰਦਗੀ। ਮੈਂ ਜਿੱਥੇ ਕੰਮ ਤੇ ਲੱਗਾ ਮੈਂ ਉਹਨੂੰ ਕਹਾਂਗਾ ਬਈ ਸੰਡੇ ਦਾ ਮੇਰਾ ਕੋਈ ਭਰੋਸਾ ਨਹੀਂ ਜੀ। ਮੈਂ ਸੰਗਤੀ ਤੇ ਜਾਣਾ ਦਾ ਬਾਈ ਚਾਂਸ ਜੇ ਮੈਨੂੰ ਜਾਣਾ ਹੀ ਪਏ ਤੇ ਮੈਂ ਸਵੇਰੇ 6 ਵਜੇ ਉੱਠ ਕੇ ਕੰਮ ਤੇ ਚੱਲ ਜਾਣਾ, ਪਰ ਸੰਗਤੀ ਤੇ ਜ਼ਰੂਰ ਹਾਜ਼ਰ ਹੋਣਾ। ਹਾਂ ਇਹ ਹੋ ਸਕਦਾ ਮੈਂ ਕਿਸੇ ਵੇਲੇ ਥੋੜਾ ਲੇਟ ਹੋ ਜਾ, 11 ਵਜੇ ਮੀਟਿੰਗ ਸ਼ੁਰੂ ਹੋਈ, 11 ਵਜੇ ਤੱਕ ਮੈਂ ਆ ਹੀ ਜਾਣਾ, ਪਰ ਮੈਂ ਸਵੇਰੇ ਉੱਠ ਕੇ ਕੰਮ ਕਰਕੇ ਫਿਰ ਆਉਣਾ ਵਾ, ਸੰਗਤੀ ਕਰਕੇ ਫਿਰ ਮੈਂ ਕੰਮ ਤੇ ਚੱਲ ਜਾਣਾ। ਕਿਉਂ? ਕਿਉਂਕਿ ਮੇਰੇ ਲਈ ਸੰਗਤੀ ਕੀ ਹੈ? ਕਿਉਂ ਮੈਂ ਸੰਗਤੀ ਇਸ ਲਈ ਕਰਦਾ ਕਿ ਮੈਨੂੰ ਖੁਦਾਵੰਦ ਨਜ਼ਰ ਆਵੇ। ਹਾਲੇਲੂਇਆ। ਇਸ ਲਈ ਆਪਾਂ ਦਾ ਸੰਗਤੀ ਕਰਨਾ ਬਹੁਤ ਜ਼ਰੂਰੀ ਹੈ। ਇਹ ਕੀ ਕਰਦੇ ਪਏ ਆ? ਡਰ ਦੇ ਵਿੱਚ ਸੰਗਤੀ ਕਰਦੇ ਪਏ ਖੁਦਾਵੰਦ ਦੀ। ਜਿਨ੍ਹਾਂ ਨੇ ਡਰ ਦੇ ਵਿੱਚ ਸੰਗਤੀ ਕੀਤੀ ਕਿ ਖੁਦਾ ਵੇਖਦਾ, ਖੁਦਾ ਵੇਖਦਾ ਪਿਆ। ਖੁਦਾਵੰਦ ਕਹੇ ਇਹਨਾਂ ਨੇ ਡਰ ਦੇ ਵਿੱਚ ਵੀ ਮੇਰੀ ਸੰਗਤੀ ਨਹੀਂ ਛੱਡੀ, ਮੈਂ ਇਹਨਾਂ ਤੋਂ ਖੁਸ਼ ਹੋਇਆ, ਦਰਵਾਜ਼ਾ ਬੰਦ ਹੀ ਖੁਦਾਵੰਦ ਅੰਦਰ ਚਲਾ ਗਿਆ। ਹਾਲੇਲੂਇਆ, ਹਾਲੇਲੂਇਆ। ਖੁਦਾਵੰਦ ਅੰਦਰ ਚਲ ਗਏ, ਦਰਵਾਜ਼ੇ ਬੰਦ ਦੇ ਵਿੱਚ ਚਲ ਗਏ, ਜਾ ਕੇ ਕਹਿੰਦੇ ਵੀ ਦੇਖੋ, ਉਹਨਾਂ ਸੋਚਿਆ ਖੁਦਾਵੰਦ ਦੇ ਹੈ, ਇਹ ਕਿਦਾਂ ਆ ਗਿਆ ਅੰਦਰ? ਬੂਹਾ ਦੇ ਬੰਦ। ਖੁਦਾਵੰਦ ਨੇ ਕਿਹਾ ਹਲੋ ਮੇਰੇ ਮਾਸ ਵੇਖੋ, ਮੇਰੇ ਦਿਲ ਪਸਲੀ ਵਿੱਚ ਵੇਖੋ, ਮੇਰੇ ਨਿਸ਼ਾਨ ਵੇਖੋ, ਮੈਂ ਯਿਸੂ ਹੀ ਹਾਂ। ਹਾਲੇਲੂਇਆ, ਹਾਲੇਲੂਇਆ। ਕੀ ਇਹ ਕਿਦਾਂ ਚਮਤਕਾਰ ਹੋਇਆ ਵਾ? ਯਿਸੂ ਮਸੀਹ ਇੱਥੇ ਕਿਉਂ ਆਏ ਨੇ? ਕਿਉਂਕਿ ਸੰਗਤੀ ਕਰਦੇ ਪਏ। ਜੇ ਆਪਾਂ ਸੰਗਤੀ ਕਰਨ ਵਿੱਚ ਚਾਅ ਨਾਲ ਜਾਵਾਂਗੇ ਤੇ ਸੰਗਤੀ ਵਿੱਚ ਯਿਸੂ ਮਸੀਹ ਨਜ਼ਰ ਆਏਗਾ। ਆਪਾਂ ਵਰਸ਼ਿਪ ਕਰਨੇ, ਆਪਾਂ ਕਹਿੰਦੇ ਪਹਿਲੇ ਪਤਾ ਤੇ ਜਦੋਂ ਭਾਈਆਂ ਨੇ ਗੀਤ ਗਾਉਂਦੇ ਹੁੰਦੇ ਸੀ ਤੇ ਸਾਰੇ ਜੋਸ਼ 'ਚ ਆ ਜਾਂਦੇ ਹੁੰਦੇ, ਮਤਲਬ ਭਾਈ ਅਜੇ ਦੇ ਗੀਤਾਂ 'ਚ ਜ਼ਿਆਦਾ ਰੂਹਾਨੀਅਤ ਸੀ ਕਿ ਉਹ ਸਮੇਂ ਵਿੱਚ ਜ਼ਿਆਦਾ ਰੂਹਾਨੀਅਤ ਸੀ ਕਿ ਤੁਹਾਡੇ 'ਚ ਰੂਹਾਨੀਅਤ ਹੈ। ਇੱਕ ਸਮਾਂ ਆਇਆ ਇਹ ਚਰਚ ਦੇ ਵਿੱਚ ਸਾਰਿਆਂ ਨੂੰ ਪਵਿੱਤਰ ਆਤਮਾ ਮਿਲੀ ਜਾਂਦਾ ਹੈ, ਮੈਨੂੰ ਨਹੀਂ ਮਿਲਿਆ, ਮੈਨੂੰ ਨਹੀਂ ਮਿਲਿਆ। ਇੱਕ ਸਮਾਂ ਆਇਆ ਇਹ ਚਰਚ ਦੇ ਵਿੱਚ ਵਾਰੋ ਵਾਰੀ ਹਰ ਹਫ਼ਤੇ 1 ਜਾਂ 2 ਜਣੇ ਨੂੰ ਪਵਿੱਤਰ ਆਤਮਾ ਮਿਲਦਾ ਹੈ। ਕਾਰਨ ਉਹਦਾ ਸੰਗਤੀ ਵਿੱਚ ਆਪਾਂ ਯਿਸੂ ਮਸੀਹ ਨੂੰ ਵੇਖਣ ਆਉਂਦੇ ਹਾਂ। ਹਾਲੇਲੂਇਆ, ਹਾਲੇਲੂਇਆ। ਆਪਾਂ ਉਹ ਯਿਸੂ ਮਸੀਹ ਵਾਸਤੇ ਆਉਂਦੇ ਹਾਂ, ਆਪਾਂ ਆਪਣੇ ਘਰ ਦੀਆਂ ਮੁਸ਼ਕਲਾਂ ਵਾਸਤੇ ਨਹੀਂ ਆਉਂਦੇ ਹਾਂ, ਆਪਾਂ ਯਿਸੂ ਮਸੀਹ ਦੇ ਚਾਅ ਵਾਸਤੇ ਆਉਂਦੇ ਹਾਂ ਤੇ ਯਿਸੂ ਮਸੀਹ ਦਾ ਆਤਮਾ ਠਹਿਰ ਜਾਂਦਾ ਹੈ, ਸਾਰਿਆਂ ਨੂੰ ਟੱਚ ਕਰਦਾ ਹੈ। ਪਰ ਅੱਜ ਆਪਾਂ ਸੰਗਤੀ ਦੇ ਕਰਦੇ ਪਏ ਹਾਂ, ਪਰ ਯਿਸੂ ਮਸੀਹ ਦੇ ਚਾਅ ਨਾਲ ਸੰਗਤੀ ਨਹੀਂ ਕਰਦੇ। ਸੱਚੀ ਗੱਲ ਹੈ ਕਿ ਝੂਠੀ ਗੱਲ? ਸੱਚੀ ਗੱਲ ਹੈ। ਆਪਾਂ ਸੰਗਤੀ ਜਿੱਥੇ ਵੀ ਕਰੀਏ, ਚਾਹੇ ਆਪਣੇ ਘਰ ਕਰੀਏ, ਚਾਹੇ ਆਪਾਂ ਬਾਹਰ ਕਰੀਏ, ਚਾਹੇ ਆਪਾਂ ਸੰਮੇਲਨਾਂ ਵਿੱਚ ਜਾਈਏ, ਜਿੱਥੇ ਵੀ ਜਾਈਏ ਉੱਥੇ ਸੰਗਤੀ ਕਰਦੇ ਕਰਦੇ ਆਪਾਂ ਇੱਕੋ ਹੀ ਪ੍ਰਾਰਥਨਾ ਕਰੀ, ਆਪਾਂ ਅੱਜ ਇਸ ਸੰਗਤੀ ਵਿੱਚ ਕਿਹਨੂੰ ਵੇਖਣਾ? ਖੁਦਾ ਯਿਸੂ ਮਸੀਹ। ਸਾਨੂੰ ਯਿਸੂ ਮਸੀਹ ਨਜ਼ਰ ਆਉਣਾ ਚਾਹੀਦਾ। ਹਾਲੇਲੂਇਆ, ਹਾਲੇਲੂਇਆ। ਜੇ ਤੁਸੀਂ ਸੰਗਤੀ ਕਰਨ ਤੋਂ ਬਾਅਦ ਨਹੀਂ ਆਓਗੇ ਤੇ ਸੰਗਤੀ ਵਿੱਚ ਯਿਸੂ ਮਸੀਹ ਆਉਣ ਤੋਂ ਹੀ ਬਾਅਦ ਨਹੀਂ ਆਉਣਗੇ। ਯਿਸੂ ਮਸੀਹ ਉਹ ਸੰਗਤੀ ਦੇ ਵਿੱਚ ਮੌਜੂਦ ਹੋਣਗੇ ਜੇ ਤੁਸੀਂ ਸੰਗਤੀ ਦੇ ਵਿੱਚ ਯਿਸੂ ਮਸੀਹ ਨੂੰ ਦੇਖਣਾ ਚਾਹੋਗੇ। ਹਾਲੇਲੂਇਆ। ਹਾਲੇਲੂਇਆ। ਤੀਸਰਾ ਸਟੈਪ ਕੀ ਹੈ? ਸੰਗਤੀ ਦੇ ਪਹਿਲਾ ਵਿੱਚ ਸਟੈਪ ਕੀ ਸੀ? ਰੋ ਰੋ ਕੇ ਪ੍ਰਾਰਥਨਾ ਕਰੋ। ਦੂਜਾ ਸਟੈਪ ਕੀ ਹੈ? ਸਾਨੂੰ ਪ੍ਰਭੂ ਭੋਜ ਦੀ ਰੋਟੀ। ਪ੍ਰਭੂ ਭੋਜ ਦੀ ਰੋਟੀ। ਤੀਸਰਾ ਸਟੈਪ ਕੀ ਹੈ? ਸੰਗਤੀ ਦੇ ਵਿੱਚ ਰਹਿਣਾ। ਸੰਗਤੀ ਦੇ ਵਿੱਚ ਰਹਿਣਾ ਵਾ ਆਤਮਿਕ ਤੌਰ ਤੇ। ਜੇ ਆਪਾਂ ਆਤਮਿਕ ਤੌਰ ਤੇ ਸੰਗਤੀ ਕਰਾਂਗੇ ਯਿਸੂ ਮਸੀਹ ਜ਼ਰੂਰ ਮੌਜੂਦ ਹੋਣਗੇ, ਫਿਰ ਸਾਨੂੰ ਪਵਿੱਤਰ ਆਤਮਾ ਮਿਲੇਗਾ, ਪਵਿੱਤਰ ਆਤਮਾ ਦੇ ਫਲ ਵੀ ਮਿਲਣਗੇ, ਪਵਿੱਤਰ ਆਤਮਾ ਦੇ ਵਰਦਾਨ ਵੀ ਮਿਲਣਗੇ, ਸਾਨੂੰ ਨਵੇਂ ਨਵੇਂ ਪ੍ਰਕਾਸ਼ਨ ਮਿਲਣਗੇ, ਸਾਨੂੰ ਦਰਸ਼ਨ ਮਿਲਣਗੇ। ਕਿਦਾਂ? ਜੇ ਆਪਾਂ ਸੰਗਤੀ ਵਿੱਚ ਯਿਸੂ ਮਸੀਹ ਨੂੰ ਵੇਖਾਂਗੇ। ਹਾਲੇਲੂਇਆ। ਆਓ ਅਸੀਂ ਚੌਥਾ ਸਟੈਪ ਵੇਖਾਂਗੇ। ਯੂਹੰਨਾ ਦੀ ਅੰਜੀਲ 20 ਅਧਿਆਇ 24 ਤੋਂ ਲੈ ਕੇ 29 ਤੱਕ। ਇਹ ਕਰੈਕਟਰ ਜਿਹੜਾ ਨਾ ਇਹ ਬੜਾ ਅਜੀਬ ਕਰੈਕਟਰ ਜਿਹੜਾ ਤੁਹਾਨੂੰ ਪੜਾਉਂਦਾ। मगर उन 12 में से एक शख्स यानी तोमा, जिसे तुम कहते हैं, यीशु के आने के वक्त उनके साथ न था। पर बाकी शागिर्द उससे कहने लगे, हमने खुदावंद को देखा है। मगर उसने उनसे कहा, जब तक मैं उसके हाथों से मेखों के सुराख न देख लूं और मेखों के सुराखों में अपनी उंगली न डालूं और अपना हाथ उसकी पसली में न डालूं, हरगिज़ यकीन न करूंगा। बस हालेलुया। ਹਾਲੇਲੂਇਆ। ਇਹ ਖੁਦਾਵੰਦ ਦਾ ਦਾਸ, ਖੁਦਾਵੰਦ ਦਾ ਰਸੂਲ ਹੈ ਜਿਹਦਾ ਨਾਮ ਹੈ ਥੋਮਾ, ਜਿਹਨੇ ਇੰਡੀਆ 'ਚ ਪ੍ਰਚਾਰ ਲਿਆਂਦਾ ਯਿਸੂ ਮਸੀਹ ਦਾ। ਇਹ ਥੋਮਾ ਜਿਹੜਾ, ਇਹ ਥੋਮਾ ਇੱਕ ਐਸਾ ਬੰਦਾ ਹੈ, ਕਹਿੰਦਾ ਮੈਂ ਉਨੀ ਦੇਰ ਯਕੀਨ ਨਹੀਂ ਕਰਾਂਗਾ ਜਿੰਨੀ ਦੇਰ ਉਹਦੇ ਜ਼ਖਮਾਂ ਦੇ ਵਿੱਚ ਉਂਗਲੀਆਂ ਨਾ ਪਾਵਾਂ। ਹਾਲੇਲੂਇਆ। ਹਾਲੇਲੂਇਆ। ਔਰ ਬਹੁਤ ਸਾਰੇ ਬਾਈਬਲ ਕਹਿੰਦੀ ਕਿ ਇਹਦੇ 'ਚ ਵਿਸ਼ਵਾਸ ਦੀ ਕਹਾਣੀ ਹੈ, ਪਰ ਬਾਈਬਲ ਇਹ ਨਹੀਂ ਬਾਈਬਲ ਨੂੰ ਵਿਸ਼ਵਾਸ ਕਰ, ਬਾਈਬਲ ਇੱਕ ਹੋਰ ਗੱਲ ਸਾਨੂੰ ਕਹਿੰਦੀ ਹੈ ਇਹਦੇ ਬਾਰੇ। ਹਾਲੇਲੂਇਆ। ਹਾਲੇਲੂਇਆ। ਬਾਈਬਲ ਕਹਿੰਦੀ ਹੈ ਇਹ ਸਰਚ ਕਰਨਾ ਚਾਹੁੰਦਾ ਸੀ ਕਿ ਮੈਂ ਝੂਠੀ ਗੱਲ ਤੇ ਵਿਸ਼ਵਾਸ ਨਹੀਂ ਕਰਨਾ।
बहुत सारे कहते सानू ये नजर आंदा, सानू वो नजर आंदा, सानू वो नजर आंदा है। एक मेरे देहरादून वाले रिश्तेदार है ते उन्होंने थोड़ी मुश्किल आ गई है ते उन्होंने किसी पास्टर को फोन किया जिथे जाते ही तो वो पास्टर जी ने उन्होंने कहता कि भाई तुहाडे घर च ना शैतान ने जोर पाता है। मैं कहा भाई चलो हो सकता उन्होंने नजर आया पर सानू तो नजर आया कि तुहाडे च कमी आ गई है। मैनू उन्होंने पूछा, मैं कहा मैनू ये नजर आया कि साडे आत्मिक जीवन च कमी आ गई है। साडा आत्मिक जीवन सुधर जाएगा तो साडियां मुश्किलां भी सुधर जाणगे, क्योंकि मुश्किलां फिर लगनियां नहीं। सानू पिछली बार दस्सिया ना मुश्किलां आसान लगणगियां जे साडी सोच ते समझ आत्मिक हो जाएगी। हालेलुया। ते थोमा कहता मैं नहीं पहचान सकता, मैं नहीं बोलनी तुहाडी गल कि तुहानू यीशु मसीह नजर आया, मैं सर्च करांगा, मैं खोज करांगा। भजन संहिता 14:2 ਵਿੱਚ ਲਿਖਿਆ खुदा ਦੀ ਇੱਛਾ ਹੈ ਕਿ ਤੁਸੀਂ ਉਹਦੀ ਖੋਜ ਕਰੋ ਅਕਲ ਦੇ ਬੁੱਧ ਦੇ ਨਾਲ। ਹਾਲੇਲੂਇਆ। ਹਾਲੇਲੂਇਆ। ਜੇ ਆਪਾਂ ਸਾਰੇ ਜਿਹੜੇ ਚਾਹੁੰਦੇ ਨਾ ਆਪਾਂ ਯਿਸੂ ਮਸੀਹ ਨੂੰ ਦੇਖਣਾ ਵਾ, ਆਪਾਂ ਸੁਣਿਆ ਵਾ, ਦੇਖਣਾ ਵਾ ਤੇ ਯਿਸੂ ਮਸੀਹ ਦੀ ਖੋਜ ਕਰਨੀ ਸ਼ੁਰੂ ਕਰੋ। ਕਿੱਦਾਂ ਖੋਜ ਕਰੀਏ? ਕਿੱਦਾਂ ਖੋਜ ਕਰੀਏ? ਬਾਈਬਲ ਪੜੋ। ਕਿੱਦਾਂ ਖੋਜ ਕਰੀਏ? ਬਾਈਬਲ ਦੇ ਗਹਿਰਾਈ ਕਰਨਾ ਸਿੱਖੋ, ਬਾਈਬਲ ਦੀ ਸਟੱਡੀ ਬਾਈਬਲ ਪੜੋ। ਇਸ ਤੋਂ ਇਲਾਵਾ ਤੁਸੀਂ ਖੁਦਾ ਦੇ ਦਾਸਾਂ ਦੇ ਪ੍ਰਚਾਰ ਸੁਣੋ, ਖੁਦਾ ਦੇ ਦਾਸਾਂ ਸਟੱਡੀ ਕਰੋ। ਜੇ ਕੋਈ ਗੱਲ ਆ ਜਾਂਦੀ ਖੁਦਾ ਦੇ ਦਾਸ ਨੂੰ ਪੁੱਛੋ। ਮੇਰਾ ਖਿਆਲ ਹੈ ਇਹ ਚਰਚ ਚੋਂ ਅੱਜ ਤੱਕ ਮੈਨੂੰ ਪਤਾ ਕਿ ਮੈਂ ਨਹੀਂ ਕਹੇ ਪਾਸਟਰ ਜੀ ਦੇ ਮੂੰਹੋਂ ਸੁਣਿਆ ਕਿ ਭਾਈ ਮੇਰੇ ਕੋ ਕਿਸੇ ਨੇ ਕੁਐਸਚਨ ਪੁੱਛਿਆ ਪਾਸਟਰ ਜੀ ਆਹ ਗੱਲ ਲਿਖੀ ਇਹਦਾ ਮਤਲਬ ਕੀ? ਕਦੀ ਪੁੱਛਿਆ ਆਪਾਂ? भाई आप बहुत ही बाइबल नहीं पढ़ते, थोड़ी पढ़ते हैं तो थोड़ी पढ़ के आप पास्टर जी ने पूछा पास्टर जी का भेद की है? पास्टर जी हर बारी सानू तंबू का भेद दसदे ने, सानू दुल्हन का भेद दसदे ने, सानू ओदा भेद दसदे, पर आपा कदी पूछया आपा भाई लड अज आप मैं विजिट करन जाना हां ते मैं कहंदा ना सारे ने बाइबल पढ़िया करो, पर अज तक किसी ने ये नहीं मैनूं पूछा आपा पढ़े ते सानू समझाओ इत्थे की लिखिया। हां एक बारी भैन रजनी ने जरूर पूछा मैनूं, भैन रजनी कहती मैं विलाप गीत की किताब शुरू की है, मैनूं समझाओ किताब दे विच की है। ये पक्की गल है इन्होंने पूछा। हालेलुया। एक ये आप सर्च नहीं करते, आप यीशु मसीह को खोजने की तलाश नहीं करते, आप खोजते नहीं पे यीशु मसीह को। यीशु मसीह खोजने वाले को मिल जाता है। ये थोमा कहता मैं खोजना चाहता, मैं निशान देखना चाहता वा, मैं देखना चाहता यीशु मसीह है कि कोई हो रहा। हालेलुया। हालेलुया। ਆਪਾਂ ਕੀ ਕਰੀਏ? ਸਰਚ ਕਰੀਏ। ਜੇ ਆਪਾਂ ਸਰਚ ਕਰਨੀ ਸ਼ੁਰੂ ਕਰਾਂਗੇ ਤੇ ਯਿਸੂ ਮਸੀਹ ਸਾਨੂੰ ਨਜ਼ਰ ਆਏਗਾ। ਜਿੱਦਾਂ ਤੁਹਾਨੂੰ ਦੱਸਿਆ ਕਿ ਜਦੋਂ ਮੈਂ ਸਰਚ ਕਰਨੀ ਸ਼ੁਰੂ ਕਰੀ ਸੀ ਤੇ ਮੈਨੂੰ ਕਿਤਾਬ ਦੇ ਪਹਿਲੇ ਅਕਸ਼ਰ ਤੋਂ ਹੀ ਯਿਸੂ ਮਸੀਹ ਨਜ਼ਰ ਆਉਂਦਾ ਹੈ ਤੇ ਕਿਤਾਬ ਦੇ ਐਂਡਲੇ ਅਕਸ਼ਰ ਤੋਂ ਹੀ ਯਿਸੂ ਮਸੀਹ ਨਜ਼ਰ ਆਉਂਦਾ ਹੈ। ਹਨਾ? ਕਿੱਦਾਂ ਨਜ਼ਰ ਆਉਂਦਾ? ਕਿਉਂਕਿ ਮੈਂ ਸਰਚ ਕੀਤੀ ਹੈ, ਇਹ ਸ਼ਬਦਾਂ ਦੀ ਸਰਚ ਕੀਤੀ ਮੈਂ। ਹੁਣ ਤੇ ਪਹਿਲੇ ਤੇ ਆਪਾਂ ਨੂੰ ਕਿਤਾਬਾਂ ਖਰੀਦਣੀਆਂ ਪੈਂਦੀਆਂ ਸੀ, ਪਰ ਖੁਦਾ ਨੇ ਸਾਨੂੰ ਸਰਚ ਵਾਸਤੇ ਇੱਕ ਬੜੀ ਜ਼ਬਰਦਸਤ ਚੀਜ਼ ਦਿੱਤੀ ਜਿਹਦਾ ਨਾਂ ਕੀ ਹੈ? ਮੋਬਾਈਲ। ਮੈਂ ਜਿੰਨਾ ਵੀ ਕਲਾਮ ਸੁਣਾਉਣਾ ਵਾ, ਜਿੰਨਾ ਵੀ ਕਲਾਮ ਤੁਹਾਨੂੰ ਸੁਣਾਉਣ ਯੋਗ ਹੋਇਆ ਨਾ, ਆਪਣੀ ਅਕਲ ਦੇ ਨਾਲ ਸਮਝਾਉਣ ਯੋਗ ਹੋਇਆ, ਆਪਣੀ ਅਕਲ ਦੇ ਨਾਲ ਤੇ ਉਹ ਸਰਚ ਕੀਤਾ ਹੋਇਆ ਵਾ। ਮੈਂ ਪਾਸਟਰ ਜੀ ਕੋਲ ਜਿਹੜੀ ਕਿਤਾਬ ਵੇਖਦਾ, ਪਾਸਟਰ ਜੀ ਮੈਨੂੰ ਅਕਸਰ ਦੇ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੀ ਪੜ੍ਹਦਾ ਔਰ ਮੈਨੂੰ ਫ੍ਰੀ ਕਿਤਾਬ ਦੇ ਦਿੰਦੇ ਨੇ, ਕਾਰਨ ਉਹਨਾਂ ਨੂੰ ਪਤਾ ਇਹਨੇ ਪੜ੍ਹਨੀ ਹੈ। मेरे को एड्डी मोटी किताब है, तकरीबन 750 रुपए दी है, पास्टर जी ने मैंने दी, कहते लै लाडे पढ़ना। कारण क्यों दी? क्योंकि उन्हें पता है पढ़ना वा, बाकी ने क्यों नहीं किताब मंगी? क्योंकि पढ़ते नहीं। हालेलुया। जे पढ़ांगे ते सर्च करांगे, पढ़ांगे नहीं ते सर्च कितों करांगे? भैन पलवी उत्ते आ गया, भैन पलवी की करती पई है? सर्च करती पई कादी? डॉक्टरी दी। ते एक नहीं मैं घर बैठी डॉक्टर बन जाएगी, बन सकती है? नहीं ना बन सकती। बनने वास्ते नू किथे घरों दूर जाना पैंदा वा। की करती पई है? सर्च करती पई है कि डॉक्टरी दे विच, डॉक्टरी लाइन दे विच मैनूं ये मुश्किल आई ते मैं किद्दां हल करां, मैनूं वो मुश्किल आई ते मैं किद्दां हल करां। की करती पई है? सर्च करती पई है। ते जे तुसीं यीशु मसीह नूं देखना चाहते हो ते यीशु मसीह दी सर्च करनी शुरू करो। ਤੁਹਾਨੂੰ ਪਤਾ ਦੁਨੀਆ ਦੇ ਵੱਡੇ ਤੋਂ ਵੱਡੇ ਸਾਇੰਟਿਸਟ ਬਾਈਬਲ ਪੜ੍ਹਦੇ ਨੇ, ਵੱਡੇ ਤੋਂ ਵੱਡੇ ਡਾਕਟਰ ਬਾਈਬਲ ਪੜ੍ਹਦੇ ਨੇ। ਤੁਹਾਨੂੰ ਪਤਾ ਬਾਈਬਲ ਦੇ ਵਿੱਚ ਹੀ ਬੰਦੇ ਨੂੰ ਡਾਕਟਰੀ ਮਿਲੀ ਹੈ, ਬਾਈਬਲ ਦੇ ਵਿੱਚ ਹੀ ਜਹਾਜ਼ ਬਣੇ ਨੇ, ਬਾਈਬਲ ਦੇ ਵਿੱਚ ਹੀ ਲਾਈਟ ਬਣੀ ਹੈ। ਉਹਨਾਂ ਸਾਰੀਆਂ ਖੋਜਾਂ ਬਾਈਬਲ ਚੋਂ ਕੀਤੀਆਂ ਵਾ। ਕੀ? ਬਾਈਬਲ ਦੀ ਸਰਚ ਕੀਤੀ ਉਹਨੇ।
ਤੁਹਾਨੂੰ ਪਤਾ ਵਾ ਸਾਡੇ ਅੰਦਰਲੇ ਪਾਰਟਸ ਜਿਹੜੇ ਆ ਆਪਾਂ ਵੱਢ ਕੇ ਨਹੀਂ ਵੇਖ ਸਕਦੇ, ਪਰ ਖੁਦਾ ਨੇ ਕਲਾਮ ਦੇ ਵਿੱਚ ਪਹਿਲੇ ਨੋਟ ਕਰਕੇ ਜਿਹਦੇ ਕਰਕੇ ਸਾਨੂੰ ਪਤਾ ਚੱਲ ਗਿਆ ਕਿ ਸਾਡੇ ਅੰਦਰ ਕੀ ਕੀ ਪਾਰਟਸ ਹੈਗੇ ਆ। ਖੁਦਾਵੰਦ ਨੇ ਕਿੱਦਾਂ ਤਿਆਰ ਕੀਤਾ। ਹਿਜਕੀਅਲ 38 ਅਧਿਆਇ ਪੜੋਗੇ 37 ਅਧਿਆਇ ਪੜੋਗੇ ਤੇ ਉਹ ਲਿਖਿਆ ਵਾ ਇਹ ਹੱਡੀਆਂ ਦੀ ਤਰਾਈ। ਉਹ ਜੇ ਕਿਸੇ ਖੁਦਾ ਹੈਗਾ ਮੈਂ ਹੱਡੀਆਂ ਬਣਾਈਆਂ, ਮੈਂ ਨਸਾਂ ਬਣਾਈਆਂ, ਮੈਂ ਮਾਸ ਚੜਾਇਆ, ਮੈਂ ਚਮ ਚੜਾਇਆ। ਉਹਦੇ ਤੋਂ ਡਾਕਟਰ ਨੇ ਵੇਖ ਲਿਆ, ਸਰਚ ਕੀਤਾ, ਡਾਕਟਰ ਨੇ ਕਿਹਾ ਹਾਂ ਆਦਮ ਇਦਾਂ ਤਿਆਰ ਹੋਇਆ। ਹਾਲੇਲੂਇਆ ਹਾਲੇਲੂਇਆ। ਕੀ ਕੀਤੀ ਹੈ? ਸਰਚ ਕੀਤੀ ਹੈ, ਖੋਜ ਕੀਤੀ ਹੈ। ਜੇ ਤੁਸੀਂ ਖੁਦਾਵੰਦ ਨੂੰ ਦੇਖਣਾ ਚਾਹੁੰਦੇ ਹੋ ਤੇ ਖੁਦਾਵੰਦ ਦਾ ਚੌਥਾ ਸਟੈਪ ਖੋਜ ਕਰੋ। ਖੁਦਾ ਦੀ ਕਲਾਮ ਦੇ ਵਿੱਚੋਂ ਖੋਜ ਕਰਿਆ ਕਰੋ, ਪੜਿਆ ਕਰੋ। ਜਦੋਂ ਟਾਈਮ ਮਿਲੇ ਕਲਾਮ ਪੜਿਆ ਕਰੋ। ਤੁਹਾਨੂੰ ਪਤਾ ਅੱਜ ਕੱਲ੍ਹ ਮੈਂ ਆਪਣੀ ਲਾਈਫ 'ਚ ਜਿੱਦਾਂ ਖੁਦਾ ਦੇ ਨਾਲ ਅਟੈਚ ਰਹਿਣਾ ਵਾ, ਮੈਂ ਉਹ ਦੱਸਣਾ ਚਾਹੁੰਦਾ ਤਾਂ ਕਿ ਤੁਹਾਡੀ ਜ਼ਿੰਦਗੀ 'ਚ ਉਹ ਬੇਦਾਰੀ ਆਏ। ਮੈਂ ਹੈੱਡਫੋਨ ਲਿੱਤੇ ਆ, ਮੈਂ ਕੰਮ ਕਰਦਾ ਨਾ, ਮੈਂ ਹੈੱਡਫੋਨ ਲਾ ਕੇ ਤੇ ਸਾਰਾ ਦਿਨ ਬਾਈਬਲ 'ਚ ਆਡੀਓ ਬਾਈਬਲ ਸੁਣਦਾ ਰਹਿਣਾ, ਕਿਉਂਕਿ ਮੇਰੇ ਕੋਲ ਪੜ੍ਹੀ ਨਹੀਂ ਜਾ ਸਕਦੀ ਕੰਮ 'ਚ, ਕਦੀ ਇੱਧਰ ਤੇ ਕਦੀ ਉੱਧਰ। ਮੈਂ ਕਰਦਾ ਆਡੀਓ ਬਾਈਬਲ ਲਾ ਕੇ ਸਾਰਾ ਦਿਨ ਸੁਣਦਾ ਰਹਿਣਾ ਬਾਈਬਲ। ਕਦੀ ਵਿਵਸਥਾ ਸਾਰ ਦੀ ਕਿਤਾਬ ਸੁਣਦਾ, ਕਦੀ ਹਿਜਕੀਅਲ ਦੀ ਕਿਤਾਬ ਸੁਣਦਾ, ਕਦੀ ਜਰਮੀਆ ਦੀ। ਇਹ 66 ਕਿਤਾਬਾਂ ਮੈਂ ਆਡੀਓ ਬਾਈਬਲ ਲਾ ਕੇ ਕੰਮ ਕਰਦਾ ਰਹਿਣਾ, ਪਰ ਬਾਈਬਲ ਸੁਣਦਾ ਰਹਿਣਾ। ਮੈਂ ਕਿਸੇ ਨਾਲ ਗੱਲ ਨਹੀਂ ਕਰਦਾ। ਉਹਦੇ ਨਾਲ ਹੁੰਦਾ ਕੀ ਹੈ? ਮੇਰੀ ਸਰਚ ਹੁੰਦੀ ਹੈ। ਜਿਹੜਾ ਕਲਾਮ ਮੈਂ ਇਦਾਂ ਪੜ੍ਹ ਕੇ ਨਹੀਂ ਸਰਚ ਕਰ ਸਕਦਾ, ਮੈਨੂੰ ਸੁਣਨ ਦੇ ਨਾਲ ਸਰਚ ਹੋ ਜਾਂਦਾ। ਮੈਂ ਪੜ੍ਹ ਲੈਂਦਾ। ਆ ਪਿਛਲਾ ਜਿਹੜਾ ਸਬਜੈਕਟ ਮੈਂ ਸੁਣਾਈ, ਇਹ ਮੈਂ ਪੜ੍ਹਿਆ ਨਹੀਂ, ਇਹ ਸੁਣਿਆ ਹੀ ਖੁਦਾ ਦੇ ਤੇ। ਬਾਈਬਲ ਸੁਣਦੇ ਸੁਣਦੇ ਇਦਾਂ ਮੈਨੂੰ ਸਟੋਰੀਆਂ ਚੇਤੇ ਹੋ ਜਾਂਦੀਆਂ ਬਾਈਬਲ ਦੀਆਂ, ਤਾਂ ਕਿ ਜਦੋਂ ਭੈਣ ਰਜਨੀ ਜਦ ਤੁਸੀਂ ਕੋਈ ਵੀ ਕੁਐਸਚਨ ਕਰੋਗੇ ਤੇ ਜੇ ਮੈਂ ਸੁਣਿਆ ਹੋਏਗਾ ਤਾਂ ਮੈਂ ਤੁਹਾਨੂੰ ਸਮਝਾਵਾਂਗਾ, ਮੈਂ ਪੜ੍ਹਿਆ ਹੋਏਗਾ ਤਾਂ ਤੁਹਾਨੂੰ ਦੱਸਾਂਗਾ ਉੱਥੇ ਕੀ ਲਿਖਿਆ। ਕਾਰਨ ਮੈਂ ਸਰਚ ਕੀਤੀ, ਉਹਦੀ ਖੋਜ ਕੀਤੀ ਹੈ। ਖੋਜ ਕਰਨਾ ਇਨਸਾਨ ਦਾ ਕੰਮ ਹੈ। ਖੁਦਾ ਨੇ ਕਿਹਾ ਤੁਸੀਂ ਖੋਜ ਕਰੋ। ਮੈਂ ਖੁਸ਼ ਹੁੰਦਾ ਵਾਂ। ਭਜਨ ਸੰਹਿਤਾ 14 ਦੀ 2 ਚ ਪੜ੍ਹ ਕੇ ਵੇਖ ਲਓ। ਖੁਦਾ ਕਹਿੰਦਾ ਮੇਰੀ ਇੱਛਾ ਕਿ ਤੁਸੀਂ ਬੁੱਧ ਦੇ ਨਾਲ ਮੇਰੀ ਖੋਜ ਕਰੋ। ਜੇ ਤੁਸੀਂ ਬੁੱਧ ਦੇ ਨਾਲ ਖੋਜ ਕਰੋਗੇ ਤੇ ਖੁਦਾ ਤੁਹਾਨੂੰ ਦਿਖੇਗਾ ਹੀ ਦਿਖੇਗਾ। ਹਾਲੇਲੂਇਆ ਹਾਲੇਲੂਇਆ। ਐਸੀ ਗੱਲ ਨਹੀਂ ਜਿਹਨੇ ਖੁਦਾ ਨੂੰ ਖੋਜਿਆ ਉਹਨੂੰ ਨਾ ਮਿਲੇ, ਜਿੱਦਾਂ ਕਦੀ ਹੋ ਹੀ ਨਹੀਂ ਸਕਦਾ। ਕਲਾਮ 'ਚ ਲਿਖਿਆ ਮੰਗੋਗੇ ਤੁਹਾਨੂੰ ਦਿੱਤਾ ਜਾਏਗਾ। ਜੇ ਤੁਸੀਂ ਕਲਾਮ ਦੇ ਵਿੱਚ ਖੋਜੋਗੇ ਯਿਸੂ ਮਸੀਹ ਨੂੰ ਤੇ ਤੁਹਾਨੂੰ ਜਿਹੜੀ ਮਰਜ਼ੀ ਕਿਤਾਬ ਪੜ੍ਹੋ, ਤੁਹਾਨੂੰ ਯਿਸੂ ਮਸੀਹ ਨਜ਼ਰ ਆਏਗਾ, ਤੁਹਾਨੂੰ ਯਿਸੂ ਮਸੀਹ ਦਿਖੇਗਾ ਉਹਦੇ। ਚਾਹੇ ਤੁਸੀਂ ਹਿਜਕੀਅਲ ਦੀ ਕਿਤਾਬ ਪੜ੍ਹੋ, ਚਾਹੇ ਜਰਮੀਆ ਦੀ ਕਿਤਾਬ ਪੜ੍ਹੋ, ਚਾਹੇ ਜਿਹਦੀ ਮਰਜ਼ੀ ਭਜਨ ਦੇ ਗੀਤ ਜਿੰਨੇ ਮਰਜ਼ੀ ਪੜ੍ਹੋ, ਜਿਹੜੀ ਕਿਤਾਬ ਸ਼ੁਰੂ ਤੋਂ ਲੈ ਕੇ ਐਂਡ ਤੱਕ ਖੁਦਾ ਦਾ ਯਿਸੂ ਮਸੀਹ ਸਾਨੂੰ ਨਜ਼ਰ ਆਏਗਾ। ਹਾਲੇਲੂਇਆ ਹਾਲੇਲੂਇਆ। ਕੀ ਕਰਾਂਗੇ ਆਪਾਂ? ਖੋਜ ਕਰਾਂਗੇ ਤੇ, ਪਰ ਆਪਾਂ ਖੋਜ ਵੀ ਕਰਦੇ ਨਹੀਂ। ਹਾਲੇਲੂਇਆ। ਆਓ ਆਪਾਂ ਇੱਕ ਪੰਜਵਾਂ ਗੱਲ ਰੱਖਾਂਗੇ ਜਿਹਦੇ 'ਚ ਖੁਦਾ ਸਾਨੂੰ ਨਜ਼ਰ ਆ ਰਿਹਾ। ਯੂਹੰਨਾ ਦੀ ਇੰਜੀਲ 21 ਅਧਿਆਇ ਉਹਦੀ ਇੱਕ ਐਤ ਪੜ੍ਹ ਲਿਆ। ਇਹਦੇ ਪਿੱਛੋਂ ਯਿਸੂ ਨੇ ਫਿਰ ਆਪਣੀ ਟਾਈਮ ਹੋ ਗਿਆ, ਬਸ ਤੁਸੀਂ ਉਹ ਪੜ੍ਹ ਲਓ। ਦੀ ਚੀਜ਼ ਉੱਤੇ ਚੇਲਿਆਂ ਨੂੰ ਵਿਖਾਇਆ। ਬਸ ਮੈਂ ਕੁਝ ਸਮਝਾਉਣਾ। ਹਾਲੇਲੂਇਆ। ਇਹ ਤਿਰਬਿਆਸ ਦੀ ਝੀਲ ਤੇ ਚੇਲੇ ਨਿਰਾਸ਼ ਹੋ ਗਏ, ਯਿਸੂ ਮਸੀਹ ਨਜ਼ਰ ਆ ਗਏ। ਚੇਲੇ ਫਿਰ ਆਪਣੇ ਕੰਮ ਕਾਰਾਂ ਤੇ ਚਲ ਗਏ। ਚੇਲੇ ਕਿੱਥੇ ਚਲ ਗਏ? ਮੱਛੀਆਂ ਫੜਨ ਗਏ। ਰਾਤ ਨੂੰ ਮੱਛੀਆਂ ਫੜਨ ਗਏ ਤੇ ਮੱਛੀ ਕੋਈ ਵੀ ਫੜੀ ਗਏ ਕੰਮ ਤੇ ਆ ਫੜਨ ਮੱਛੀਆਂ ਗਏ। ਰਾਤ ਨੂੰ ਕੋਈ ਮੱਛੀ ਨਜ਼ਰ। ਸਵੇਰੇ ਭੋਰ ਹੋਇਆ ਤੇ ਖੁਦਾਵੰਦ ਯਿਸੂ ਮਸੀਹ ਉਹਨਾਂ ਦੀ ਮਿਹਨਤ ਤੋਂ ਉਹਨਾਂ ਦੀ ਨਿਰਾਸ਼ਾ ਨੂੰ ਵੇਖ ਕੇ ਖੁਦਾਵੰਦ ਮਸੀਹ ਕੋ ਰਿਹਾ ਨਹੀਂ ਗਿਆ। ਆਪਾਂ ਜਦੋਂ ਵੀ ਦੁਖੀ ਹੋਵਾਂਗੇ ਖੁਦਾ ਕੋ ਰਿਹਾ ਨਹੀਂ ਜਾਂਦਾ। ਸਾਡੀ ਜ਼ਿੰਦਗੀ 'ਚ ਜਦੋਂ ਮੁਸ਼ਕਲਾਂ ਆਉਂਦੀਆਂ ਖੁਦਾ ਕੋ ਰਿਹਾ ਨਹੀਂ ਜਾਂਦਾ। ਭਲੇ ਉਹ ਖੁਦਾ ਦੇ ਨਾਲ ਸਿੰਘਾਸਨ ਤੇ ਬੈਠਾ ਵਾ, ਪਰ ਉਹ ਸਿੰਘਾਸਨ ਤੇ ਬੈਠਾ ਨਹੀਂ ਰਹਿੰਦਾ। ਜਦੋਂ ਆਪਾਂ ਮੁਸ਼ਕਲਾਂ ਵਿੱਚ ਹੁੰਦੇ ਆ, ਆਪਾਂ ਮੁਸੀਬਤਾਂ ਵਿੱਚ ਹੁੰਦੇ ਆ, ਯਿਸੂ ਮਸੀਹ ਕਦੀ ਵੀ ਇਮਾਨ ਨਾਲ ਨਹੀਂ ਬਹਿ ਸਕਦੇ। ਇਹ ਉਹਨਾਂ ਦਾ ਸੁਭਾਅ, ਉਹ ਸਾਡੇ ਨਾਲ ਇੰਨਾ ਪ੍ਰੇਮ ਕਰਦੇ। ਜਿਹਨੇ ਸਾਡੇ ਕਰਕੇ ਆਪਣੀ ਜਾਨ ਦੇਤੀ, ਉਹ ਸਿੰਘਾਸਨ ਤੇ ਬੈਠਣ ਵਾਸਤੇ ਜਾਨ ਨਹੀਂ ਦਿੱਤੀ, ਸਾਨੂੰ ਬਚਾਉਣ ਵਾਸਤੇ ਜਾਨ ਦਿੱਤੀ ਹੈ। ਹਾਲੇਲੂਇਆ ਹਾਲੇਲੂਇਆ। ਸਾਨੂੰ ਬਚਾਉਣ ਵਾਸਤੇ, ਸਾਡੇ ਪਾਪਾ ਕਰਕੇ ਉਹਨੇ ਆਪਣੀ ਕੁਰਬਾਨੀ ਦਿੱਤੀ। ਤੇ ਜੇ ਸਾਡੇ ਪਾਪਾ ਕਰਕੇ ਉਹਨੇ ਕੁਰਬਾਨੀ ਦਿੱਤੀ ਹੈ ਤੇ ਉਹ ਭਲਾ ਉੱਥੇ ਇਮਾਨ ਨਾਲ ਬੈਠਣ ਵਾਸਤੇ ਕੁਰਬਾਨੀ ਦਿੱਤੀ ਨਹੀਂ। ਉਹ ਅੱਜ ਵੀ ਜਦੋਂ ਅਸੀਂ ਮੁਸੀਬਤਾਂ 'ਚ ਮੁਸ਼ਕਲਾਂ 'ਚ ਹੁੰਦੇ ਆ, ਯਿਸੂ ਮਸੀਹ ਉਦੋਂ ਸਿੰਘਾਸਨ ਤੋਂ ਉੱਠ ਕੇ ਸਾਡੇ ਕੋਲ ਆ ਜਾਂਦੇ। ਇਹ ਪਤਰਸ ਚੇਲਾ ਸਾਰੇ ਜਿਹੜੇ ਮੱਛੀਆਂ ਫੜ ਕੇ ਰਾਤ ਕੁਛ ਨਹੀਂ ਫੜਿਆ, ਨਿਰਾਸ਼ ਹੋ ਗਏ ਨੇ। ਸਵੇਰ ਹੋ ਗਈ, ਯਿਸੂ ਮਸੀਹ ਸਵਰਗ ਤੋਂ ਉਤਰੇ ਤੇ ਯਿਸੂ ਮਸੀਹ ਆ ਕੇ ਇਹਨਾਂ ਨੂੰ ਕਹਿੰਦੇ ਜਾਲ ਦੇਣੇ ਹੋਰ ਡਾਲੋ। ਇਹਨਾਂ ਜਾਲ ਪਾਇਆ 153 ਮੱਛੀਆਂ ਨਜ਼ਰ ਆਈਆਂ। ਹਾਲੇਲੂਇਆ। ਕਿੰਨੀਆਂ ਨਜ਼ਰ ਆਈਆਂ? 153 ਮੱਛੀਆਂ ਫੜੀਆਂ ਤੇ ਯਿਸੂ ਮਸੀਹ ਨੇ ਕਿਹਾ ਲਿਆਓ ਇਹਦੇ ਚੋਂ ਪਕਾਈਏ ਤੇ ਖਾਈਏ।
ਆਪਾਂ ਦੀ ਜ਼ਿੰਦਗੀ 'ਚ ਜਿੰਨੀ ਮਰਜ਼ੀ ਮੁਸੀਬਤ ਹੋਵੇ, ਜਿੰਨੀ ਮਰਜ਼ੀ ਆਪਾਂ ਫਸ ਜਾਈਏ, ਜਾਂ ਚਾਹੇ ਕਰਜ਼ਾ ਹੋਵੇ, ਚਾਹੇ ਕੁਛ ਹੋਵੇ, ਯਿਸੂ ਮਸੀਹ ਦੇਖ ਕੇ ਰੋ ਪੈਂਦੇ ਨੇ। ਤੇ ਜਦੋਂ ਦੇਖ ਕੇ ਰੋ ਪੈਂਦੇ ਨੇ, ਯਿਸੂ ਮਸੀਹ ਸਵਰਗ ਤੋਂ ਆ ਜਾਂਦੇ ਨੇ ਤੇ ਸਾਡੀ ਮੁਸ਼ਕਲ ਦਾ ਹੱਲ ਕੱਢ, ਹਾਲੇਲੂਇਆ, ਸਾਡੀ ਮੁਸ਼ਕਲ ਦਾ ਕੀ ਕਰ ਦਿੰਦੇ ਨੇ? ਸਾਡੀ ਮੁਸ਼ਕਲ ਦਾ ਹੱਲ ਕੱਢਣ ਲਈ ਆਪ ਸਾਨੂੰ ਦਿਖਾਈ ਦਿੰਦੇ ਨੇ। ਹਾਲੇਲੂਇਆ। ਜਿਹੜੀ ਸਾਡੀ ਜ਼ਿੰਦਗੀ 'ਚ ਕੀ ਕਰਦੇ ਨੇ? ਚਮਤਕਾਰ ਕਰਦੇ ਨੇ। ਪਤਾ ਹੈ, ਇੱਕ ਗੈਰ ਮਸੀਹ ਜਾਂਦਾ, ਇੱਕ ਮਿਨਿਸਟਰੀ 'ਚ ਜਾਂਦਾ, ਇਹ ਨਹੀਂ ਮਿਨਿਸਟਰੀ 'ਚ ਜਾਂਦਾ ਤੇ ਜਾਂਦਾ ਤੇ ਉਹ ਪਹਿਲੀ ਵਾਰੀ ਜਾਂਦਾ ਤੇ ਯਿਸੂ ਮਸੀਹ ਜਾ ਕੇ ਉਹਦੇ ਜ਼ਿੰਦਗੀ ਚਮਤਕਾਰ ਕਰ ਦਿੰਦੇ ਨੇ। ਹਾਲੇਲੂਇਆ। ਹੁੰਦਾ ਨਾ ਏਦਾਂ, ਬੰਦਾ ਪਹਿਲੀ ਵਾਰੀ ਜਾਂਦਾ ਤੇ ਯਿਸੂ ਮਸੀਹ ਦੀ ਜ਼ਿੰਦਗੀ ਚਮਤਕਾਰ ਕਰ ਦਿੰਦੇ ਨੇ। ਕਿਉਂ? ਕਿਉਂਕਿ ਯਿਸੂ ਮਸੀਹ ਨੂੰ ਪਤਾ ਹੈ ਪੂਰਾ ਟੁੱਟ ਚੁੱਕਿਆ ਵਾ, ਇਹ ਹਾਰ ਚੁੱਕਿਆ ਵਾ, ਹੁਣ ਮੇਰੇ ਤੋਂ ਇਲਾਵਾ ਇਹਦਾ ਕੋਈ ਵੀ ਸਹਾਰਾ ਨਹੀਂ ਆ ਤੇ ਜੋ ਸਾਡੀ ਜ਼ਿੰਦਗੀ ਕੋਈ ਵੀ ਸਹਾਰਾ ਨਹੀਂ ਦਾ, ਯਿਸੂ ਮਸੀਹ ਸਾਡਾ ਸਹਾਰਾ ਬਣ ਜਾਂਦਾ ਹੈ। ਯਿਸੂ ਮਸੀਹ ਉਹ ਸਾਡੀ ਜ਼ਿੰਦਗੀ ਚਮਤਕਾਰ ਕਰ ਦਿੰਦੇ। ਤੇ ਮੇਰਾ ਖਿਆਲ ਇੱਥੇ ਜਿੰਨੇ ਬੈਠੇ ਨੇ, ਐਸਾ ਕੋਈ ਨਹੀਂ ਜਿਹਦੀ ਜ਼ਿੰਦਗੀ 'ਚ ਯਿਸੂ ਮਸੀਹ ਨੇ ਚਮਤਕਾਰ ਨਹੀਂ ਕੀਤਾ। ਹਾਲੇਲੂਇਆ। ਕੋਈ ਐਸਾ ਹੈਗਾ ਜਿਹੜਾ ਕਹੇ ਯਿਸੂ ਮਸੀਹ ਨੇ ਮੇਰੀ ਜ਼ਿੰਦਗੀ ਚਮਤਕਾਰ ਨਹੀਂ ਕੀਤਾ? ਮੈਂ ਇੱਕ ਐਸੀ ਮੁਸੀਬਤ 'ਚ ਹਾਂ ਜਿਸ ਮੈਂ ਅੱਜ ਤੱਕ ਬਾਹਰ ਨਿਕਲਿਆ, ਯਿਸੂ ਮਸੀਹ ਨੇ ਮੇਰੀ ਹਾਜ਼ਰੀ ਨਹੀਂ ਕੀਤੀ। ਹੈਗਾ ਕੋਈ? ਕੋਈ ਨਹੀਂ ਕਹਿ ਸਕਦਾ, ਦੁਨੀਆ ਦਾ ਕੋਈ ਬੰਦਾ ਨਹੀਂ ਕਹਿ ਸਕਦਾ। ਮਸੀਹਾਂ ਦੀ ਤੇ ਗੱਲ ਹੀ ਦੂਰ। ਹਾਲੇਲੂਇਆ। ਮਸੀਹਾਂ ਦੀ ਜ਼ਿੰਦਗੀ ਹਮੇਸ਼ਾ ਯਿਸੂ ਮਸੀਹ ਸਿੰਘਾਸਣ ਤੋਂ ਉਤਰ ਕੇ ਸਾਡੀ ਮੁਸੀਬਤ ਦਾ ਹੱਲ ਕਰਕੇ ਜਾਂਦੇ। ਆਪਾਂ ਇਹ ਦੇਖਣਾ ਵਾ, ਆਪਾਂ ਜ਼ਿੰਦਗੀ 'ਚ ਹਮੇਸ਼ਾ ਚਮਤਕਾਰ ਵੇਖਣ ਦੀ ਆਸ ਰੱਖੋ। ਯਿਸੂ ਮਸੀਹ ਸਾਡੀ ਜ਼ਿੰਦਗੀ 'ਚ ਚਮਤਕਾਰ ਕਰ, ਜਦੋਂ ਸਾਡੀ ਜ਼ਿੰਦਗੀ 'ਚ ਚਮਤਕਾਰ ਹੋਏਗਾ ਉਦੋਂ ਇਹਦਾ ਮਤਲਬ ਯਿਸੂ ਮਸੀਹ ਨੂੰ ਆਪਾਂ ਵੇਖ। ਹਾਲੇਲੂਇਆ। ਸਾਡੀ ਜ਼ਿੰਦਗੀ ਜਦੋਂ ਚਮਤਕਾਰ ਹੁੰਦਾ, ਆਪਾਂ ਕਿਹਨੂੰ ਵੇਖਣਾ ਵਾ? ਯਿਸੂ ਮਸੀਹ। ਆਪਾਂ ਪਾਸਟਰਾਂ ਨੂੰ ਨਹੀਂ ਵੇਖਣਾ, ਆਪਾਂ ਉਹ ਦੂਜੇ ਬੰਦਿਆਂ ਨਹੀਂ ਵੇਖਣਾ, ਆਪਾਂ ਕਿਹਨੂੰ ਵੇਖਣਾ ਵਾ? ਚਮਤਕਾਰ ਕੌਣ ਕਰਦਾ? ਯਿਸੂ ਮਸੀਹ ਕਰਦਾ। ਤੇ ਆਪਾਂ ਵੇਖਣਾ ਵੀ ਚਮਤਕਾਰ ਦੇ ਵਿੱਚ ਕਿਹਨੂੰ ਹੈ? ਯਿਸੂ ਮਸੀਹ ਨੂੰ ਵੇਖਣਾ, ਹੋਰ ਕਿਸੇ ਨੂੰ ਵੇਖਣਾ? ਹਾਲੇਲੂਇਆ। 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 ਅੱਜ ਕਲਾਮ ਜੋ ਖੁਦਾਵੰਦ ਨੇ ਜੋ ਦੱਸਿਆ ਕਿ ਆਪਾਂ ਯਿਸੂ ਮਸੀਹ ਨੂੰ ਕਿੱਦਾਂ ਦੇਖ ਸਕਦੇ ਹਾਂ। ਪਹਿਲਾ ਸਟੈਪ ਵੇਖਿਆ, ਆਪਾਂ ਯਿਸੂ ਮਸੀਹ ਨੂੰ ਰੋ ਰੋ ਕੇ ਪ੍ਰਾਰਥਨਾ ਕਰਕੇ ਦੇਖ ਸਕਦੇ ਹਾਂ। ਫਿਰ ਆਪਾਂ ਦੂਜਾ ਸਟੈਪ ਵੇਖਿਆ, ਆਪਾਂ ਪ੍ਰਭੂ ਭੋਜ ਦੀ ਰੋਟੀ ਤੋੜ ਕੇ ਯਿਸੂ ਮਸੀਹ ਨੂੰ ਦੇਖ ਸਕਦੇ ਹਾਂ। ਤੀਜਾ ਸਟੈਪ ਵੇਖਿਆ ਕਿ ਆਪਾਂ ਯਿਸੂ ਮਸੀਹ ਨੂੰ ਸੰਗਤੀ ਵਿੱਚ ਵੇਖ ਸਕਦੇ ਹਾਂ। ਚੌਥਾ ਵੇਖਿਆ, ਆਪਾਂ ਯਿਸੂ ਮਸੀਹ ਨੂੰ ਖੋਜ। ਪੰਜਵਾਂ ਵੇਖਿਆ, ਆਪਾਂ ਯਿਸੂ ਮਸੀਹ ਨੂੰ ਚਮਤਕਾਰ ਦੇ ਵਿੱਚ ਵੇਖ ਸਕਦੇ ਆ। ਸਾਡੀ ਜ਼ਿੰਦਗੀ 'ਚ ਜਦੋਂ ਚਮਤਕਾਰ ਹੋਏ, ਤੁਸੀਂ ਕਿਆ ਕਰੋ? ਚਮਤਕਾਰ ਕਿਹਨੇ ਕੀਤਾ? ਯਿਸੂ ਮਸੀਹ ਨੇ। ਯਿਸੂ ਮਸੀਹ ਆਏ ਹੀ ਮੈਂ ਵੇਖਿਆ ਹੈ। ਇਹ ਨਹੀਂ ਕਿ ਯਿਸੂ ਮਸੀਹ ਨੂੰ ਤੁਹਾਨੂੰ ਜਲਾਲੀ ਰੂਪ 'ਚ ਆਣ, ਯਿਸੂ ਮਸੀਹ ਇਨਸਾਨ ਦੇ ਰੂਪ 'ਚ ਆ ਸਕਦੇ ਨੇ। ਇਹ ਨਾ ਕਿ ਉਹ ਭਾਈ ਨੇ ਮੇਰੀ ਮਦਦ ਕੀਤੀ, ਨਹੀਂ, ਉਹ ਭਾਈ ਦੇ ਵਿੱਚ ਯਿਸੂ ਮਸੀਹ ਨੇ ਆ ਕੇ ਮੇਰੀ ਮਦਦ ਕੀਤੀ। ਕਿਹਨੂੰ ਦੇਖਿਆ? ਯਿਸੂ ਮਸੀਹ ਨੂੰ ਦੇਖਿਆ। ਹਾਲੇਲੂਇਆ। ਹਾਲੇਲੂਇਆ। ਆਪਾਂ ਕਿਹਨੂੰ ਦੇਖਿਆ? ਯਿਸੂ ਮਸੀਹ ਨੂੰ ਦੇਖਿਆ। ਇਸ ਲਈ ਆਪਾਂ ਬਾਕੀ ਗੱਲਾਂ ਵੱਲ ਧਿਆਨ ਕੱਟ ਕੇ ਤੇ ਆਪਾਂ ਸਿਰਫ ਕਿਹਨੂੰ ਦੇਖਣਾ ਵਾ? ਯਿਸੂ ਮਸੀਹ ਨੂੰ ਦੇਖਣਾ। ਯੂਹੰਨਾ ਜਿਹੜਾ ਪੱਤਰੀ ਲਿਖਦਾ ਭਾਈ, ਯੂਹੰਨਾ ਕਹਿੰਦਾ ਤੁਸੀਂ ਸਿਰਫ ਯਿਸੂ ਮਸੀਹ ਨੂੰ ਦੇਖੋ। ਕਿਹਨੂੰ ਦੇਖੋ? ਯਿਸੂ ਮਸੀਹ ਨੂੰ ਦੇਖੋ। ਆਪਾਂ ਨੂੰ ਹੋਰ ਕੁਝ ਦੇਖਣ ਦੀ ਲੋੜ ਨਹੀਂ ਆ। ਜਦੋਂ ਯਿਸੂ ਮਸੀਹ ਸਾਨੂੰ ਦੇਖ ਗਿਆ, ਫਿਰ ਸਾਡੀ ਜ਼ਿੰਦਗੀ ਵੀ ਚੇਂਜ ਹੋ ਗਈ, ਸਾਡਾ ਆਤਮਿਕ ਜੀਵਨ ਵੀ ਚੇਂਜ ਹੋ ਗਿਆ, ਸਾਨੂੰ ਬਰਕਤਾਂ ਵੀ ਮਿਲ ਜਾਣੀਆਂ, ਸਾਨੂੰ ਅਬਦੀ ਜ਼ਿੰਦਗੀ ਵੀ ਮਿਲ ਜਾਣੀ ਹੈ। ਫਿਰ ਧਰਤੀ ਤੇ ਵੀ ਚੈਨ ਤੇ ਸਵਰਗ ਤੇ ਵੀ। ਹਾਲੇਲੂਇਆ। ਹਾਲੇਲੂਇਆ। और सारे जने प्रार्थना करेंगे आज वास्ते। तारीफ तेरा धन्यवाद मेरे। और सारे जने मुंह खोल के खुदा का धन्यवाद मेरे।